ਉਹਦੇ ਸ਼ਬਦ ਵੱਲ ਚੱਲੀਏ। ਜਿਸ ਤਰ੍ਹਾਂ ਕਿ ਮੈਂ ਸ਼ੁਰੂ 'ਚ ਹੀ ਦੱਸਿਆ ਸੀਗਾ ਕਿ ਸ਼ੋਭਾ ਨੇ ਅੱਜ ਦਾ ਗਾਣਾ ਹੀ ਪ੍ਰਭੂ ਦੇ ਨੂਰ ਦੇ ਬਾਰੇ, ਪ੍ਰਭੂ ਦੇ ਚਾਨਣ ਦੇ ਬਾਰੇ, ਪ੍ਰਭੂ ਦੀ ਲਾਈਟ ਦੇ ਬਾਰੇ ਕੀਤਾ। ਤੇ ਮੈਂ ਖੁਸ਼ ਹਾਂ ਵੀ ਪ੍ਰਭੂ ਦੀ ਆਤਮਾ ਜਿਹੜੀ ਆ ਸਾਨੂੰ ਸੇਮ ਮੈਸੇਜ ਦੇ ਰਹੀ ਹੈ, ਸੇਮ ਗੱਲ ਕਰ ਰਹੀ ਹੈ। ਔਰ ਅੱਜ ਦਾ ਜਿਹੜਾ ਵਚਨ ਹੈ, ਮੈਂ ਯਹੂਨਾ ਦੀ ਜਿਹੜੀ ਕਿਤਾਬ ਆ ਉਹਦੇ 9ਵੇਂ ਚੈਪਟਰ 'ਚ ਲੈ ਰਿਹਾ। ਬੜੀ ਸਿੱਧੀ ਸਾਦੀ ਗੱਲ ਹੈ। ਜੌਨ ਚੈਪਟਰ 9 ਉੱਥੇ ਇੱਕ ਬੜੀ ਅੱਛੀ ਇੱਕ ਸਟੋਰੀ ਲਿਖੀ ਹੋਈ ਹੈ, ਜਿਹੜੀ ਕਿ ਇੱਕ ਐਸੇ ਆਦਮੀ ਦੀ ਹੈ ਜਿਹੜਾ ਕਿ ਜਨਮ ਤੋਂ ਅੰਨਾ ਸੀ। ਹਾਲੇਲੂਇਆ। ਔਰ ਇਹ ਕਹਾਣੀ ਜਿਹੜੀ ਆ ਬੜੀ ਸਿੱਧੀ ਸਾਦੀ ਲੱਗਦੀ ਆ। ਕੋਈ ਬੰਦਾ ਅੰਨਾ ਸੀ ਤੇ ਉਹ ਪ੍ਰਭੂ ਦੇ ਚੇਲਿਆਂ ਨੇ ਉਹਨੂੰ ਪੁੱਛਿਆ ਵੀ ਇਹ ਅੰਨਾ ਕਿਉਂ ਹੈ। ਔਰ ਉਹਨਾਂ ਨੇ ਕਿਹਾ ਕਿ ਇਹ ਕੀ ਇਹਦੇ ਮਾਂ ਪਿਓ ਨੇ ਜਾਂ ਕਿਸੇ ਨੇ ਪਾਪ ਕੀਤਾ। ਉਹਨੇ ਕਿਹਾ ਨਹੀਂ, ਇਹ ਪ੍ਰਭੂ ਦੀ ਮਹਿਮਾ ਵਾਸਤੇ ਆ। ਔਰ ਇਹ ਕਹਾਣੀ ਇੱਕ ਬੜੀ ਆਮ ਔਰ ਠੀਕ ਲੱਗਦੀ ਆ ਕਿ ਪ੍ਰਭੂ ਯਿਸੂ ਨੇ ਮਿੱਟੀ ਦੇ ਵਿੱਚ ਥੁੱਕ ਕੇ ਉਹਦਾ ਗਾਰਾ ਬਣਾਇਆ ਤੇ ਉਹ ਬਣਾ ਕੇ ਤੇ ਉਹਦੀਆਂ ਅੱਖਾਂ ਤੇ ਲਾਤਾ ਤੇ ਉਹਨੂੰ ਕਿਹਾ ਵੀ ਜਾ ਕੇ ਸ਼ਲੋਮ ਇੱਕ ਜਗ੍ਹਾ ਸੀਗੀ, ਇੱਕ ਕੁੰਡ ਸੀਗਾ, ਤੇ ਤੂੰ ਉੱਥੇ ਜਾ ਕੇ ਧੋ ਲਾ। ਬਾਈਬਲ ਦੇ ਵਿੱਚ ਇਹ ਕਹਾਣੀ 9ਵੇਂ ਚੈਪਟਰ ਦੀ, ਯਹੂਨਾ ਦੇ 9ਵੇਂ ਚੈਪਟਰ ਦੇ ਵਿੱਚ ਲਿਖੀ ਹੋਈ ਆ। ਤੇ ਉੱਥੇ ਜਿਸ ਵੇਲੇ ਉਹਨੇ ਜਾ ਕੇ ਧੋਤਾ ਤੇ ਉਹਦੀਆਂ ਅੱਖਾਂ ਠੀਕ ਹੋ ਗਈਆਂ। ਲੇਕਿਨ ਇਹ ਜਿਹੜੀ ਗੱਲ ਆ, ਇਹ ਇੱਕ ਬਹੁਤ ਹੀ ਲੰਮੀ ਚੌੜੀ ਗੱਲ ਆ ਪ੍ਰਭੂ ਦੇ ਗਿਆਨ ਦੇ ਬਾਰੇ, ਧਾਰਮਿਕ ਸਿੱਖਿਆ ਦੇ ਬਾਰੇ, ਔਰ ਜਿਹਨੂੰ ਇੰਗਲਿਸ਼ ਦੇ ਵਿੱਚ ਥਿਓਲੋਜੀ ਕਹਿੰਦੇ ਆ। ਇਹ ਬਹੁਤ ਇੱਕ ਵੱਡੀ ਗੱਲ ਆ। ਔਰ ਯਹੂਨਾ, ਮੈਂ ਦੇਖਣ ਡਿਆ ਸਟੱਡੀ ਕਰਕੇ ਕਿ ਇੱਕ ਬਹੁਤ ਹੀ ਵਾਈਜ਼ ਯਾਨੀ ਕਿ ਗਿਆਨੀ ਆਦਮੀ ਆ, ਜਿਹੜਾ ਕਿ ਇਹ ਕਹਾਣੀ ਜੋ ਪ੍ਰਭੂ ਦਾ ਸੰਦੇਸ਼ ਆ ਕਿ ਉਹ ਦੁਨੀਆ ਦਾ ਚਾਨਣ ਆ, ਉਹਨੂੰ ਦਿਖਾਣਾ ਚਾਹੁੰਦਾ। ਔਰ ਪ੍ਰਭੂ ਯਿਸੂ ਇਸ ਗੱਲ ਨੂੰ ਪ੍ਰੂਵ ਕਰ ਰਿਹਾ, ਇਸ ਗੱਲ ਨੂੰ ਦਰਸਾ ਰਿਹਾ ਕਿ ਕਿਸ ਤਰ੍ਹਾਂ ਇੱਕ ਅੰਨੇ ਬੰਦੇ ਦੀਆਂ ਅੱਖਾਂ ਖੋਲ ਕੇ ਉਹ ਦੱਸਦਾ ਕਿ ਜਗਤ ਦਾ ਚਾਨਣ ਮੈਂ ਹਾਂ। ਅੱਛਾ, ਇਹ ਜਦੋਂ ਆਮ ਗੱਲ ਕੀਤੀ ਜਾਂਦੀ ਹੈ, ਇਹ ਕਹਾਣੀ 9ਵੇਂ ਚੈਪਟਰ ਤੋਂ ਸ਼ੁਰੂ ਹੁੰਦੀ ਆ। ਲੇਕਿਨ ਐਕਚੁਅਲੀ ਯਹੂਨਾ ਆਪਣੇ ਪੜ੍ਹਨ ਵਾਲਿਆਂ ਨੂੰ ਇਹ ਕਹਾਣੀ ਦੱਸਣ ਦੇ ਵਾਸਤੇ ਬੜੀ ਇੱਕ ਤਿਆਰੀ ਕਰਾ ਰਿਹਾ। ਔਰ ਇਹ ਕਹਾਣੀ ਜਿਹੜੀ ਆ 7ਵੇਂ ਚੈਪਟਰ ਤੋਂ ਐਕਚੁਅਲੀ ਸ਼ੁਰੂ ਹੁੰਦੀ ਆ। ਯਹੂਨਾ 7ਵੇਂ ਚੈਪਟਰ ਤੋਂ ਲੈ ਕੇ ਇਹ ਅੱਗੇ ਇਹ ਗੱਲ ਸ਼ੁਰੂ ਹੁੰਦੀ ਆ। ਔਰ ਇਹ ਇੱਕ ਬਹੁਤ ਵੱਡੀ ਧਾਰਮਿਕ ਗਿਆਨ, ਯਾਨੀ ਜਿਹਨੂੰ ਕਿ ਥਿਓਲੋਜੀ ਕਿਹਾ ਜਾ ਸਕਦਾ। ਸੋ ਅੱਜ ਮੇਰੇ ਨਾਲ ਹੀ ਰਿਓ, ਧਿਆਨ ਇੱਧਰ ਉੱਧਰ ਨਾ ਕਰਿਓ, ਕਿਉਂਕਿ ਕਹਾਣੀ ਦੇ ਵਿੱਚ ਹੀ ਮੈਸੇਜ ਦੇ ਵਿੱਚ ਹੀ ਮੈਸੇਜ ਹੈ। ਤੇ 7ਵੇਂ ਚੈਪਟਰ ਤੇ ਗੱਲ ਸ਼ੁਰੂ ਹੁੰਦੀ ਆ। ਉੱਥੇ ਲਿਖਿਆ ਦਾ ਕਿ ਫਿਰ ਪਿੱਛੋਂ ਯਿਸੂ ਗਲੀਲ ਵਿੱਚ ਫਿਰਦਾ ਰਿਹਾ, ਕਿਉਂ ਜੋ ਉਸਨੇ ਯਹੂਦੀਆ ਵਿੱਚ ਫਿਰਨਾ ਨਾ ਚਾਹਿਆ। ਇਸ ਲਈ ਜੋ ਯਹੂਦੀ ਉਸਦੇ ਮਾਰ ਸੁੱਟਣ ਦੇ ਮਗਰ ਪਏ ਸਨ। ਸੌਰੀ, ਮੈਨੂੰ ਇਹਦਾ ਫੋਨ ਬੰਦ ਕਰ ਲੈਣ ਦਿਓ। ਹਾਂ, ਥੈਂਕ ਯੂ। ਸੌਰੀ। ਹਾਂਜੀ, ਤੋ ਇਹ 7ਵੇਂ ਚੈਪਟਰ ਦੇ ਜਿਹੜੀ ਦੂਸਰੀ ਵਰਸ ਆ, ਉਹਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ ਕਿ ਹਾਂਜੀ, ਅਤੇ ਯਹੂਦੀਆਂ ਦਾ ਡੇਰਿਆਂ ਦਾ ਪਰਬ ਨੇੜੇ ਸੀ। ਯਹੂਦੀਆਂ ਦਾ ਡੇਰਿਆਂ ਦਾ ਪਰਬ ਨੇੜੇ ਸੀ। ਇਹ ਜਿਹੜਾ ਡੇਰਿਆਂ ਦਾ ਪਰਬ ਸੀ, ਇੱਕ ਖਾਸ ਫੈਸਟੀਵਲ ਸੀ ਜਿਹੜਾ ਕਿ ਯਹੂਦੀ ਲੋਕੀ ਮਨਾਉਂਦੇ ਸੀ। ਇੰਗਲਿਸ਼ ਦੇ ਵਿੱਚ ਉਹਨੂੰ ਕਹਿੰਦੇ ਆ ਫੀਸਟ ਆਫ ਟੈਬਰਨੈਕਲਸ। ਹਾਂਜੀ, ਤੇ ਯਹੂਦੀ ਕੀ ਕਰਦੇ ਸੀਗੇ ਵੀ ਸਾਲ 'ਚ 1-2 ਪਰਬ ਐਸੇ ਹੁੰਦੇ ਸੀ ਜਿਹੜੇ ਮਨਾਉਣ ਦੇ ਵਾਸਤੇ ਉਹ ਯਰੂਸ਼ਲਮ ਜ਼ਰੂਰ ਆਉਂਦੇ ਸੀਗੇ। ਸੋ ਇਸ ਕਹਾਣੀ ਦੇ ਵਿੱਚ ਵੀ ਅਸੀਂ ਸ਼ੁਰੂ ਦੇ ਵਿੱਚ ਦੇਖਦੇ ਹਾਂ 7ਵੇਂ ਚੈਪਟਰ ਦੇ ਵਿੱਚ ਕਿ ਬਹੁਤ ਸਾਰੇ ਯਹੂਦੀ ਲੋਕੀ ਜਿਹੜੇ ਸੀਗੇ ਉਹ ਯਰੂਸ਼ਲਮ ਪਹੁੰਚ ਗਏ, ਉਹਦੇ ਆਲੇ ਦੁਆਲੇ। ਔਰ ਇਹ ਪਰਬ ਜਿਹੜਾ ਸੀ, ਜਿਹਨੂੰ ਡੇਰਿਆਂ ਦਾ ਪਰਬ ਕਿਹਾ ਜਾਂਦਾ ਹੈ, ਉਹ ਮਨਾਉਣ ਦੇ ਵਾਸਤੇ ਉੱਥੇ ਆ ਗਏ। ਔਰ ਇਹ ਉਸ ਗੱਲ ਨੂੰ ਯਾਦ ਕੀਤਾ ਜਾਂਦਾ ਜਦੋਂ ਕਿ ਉਹ ਮਿਸਰ ਵਿੱਚੋਂ ਨਿਕਲ ਕੇ ਤੇ ਫਿਰ ਉਹ ਆਪਣੇ ਪ੍ਰੋਮਿਸ ਲੈਂਡ, ਜਿਹੜਾ ਵਾਅਦਾ ਦਾ ਦੇਸ਼ ਸੀ, ਉਹਦੇ ਵਿੱਚ ਆ ਰਹੇ ਸੀ। ਔਰ ਉਹਦੇ ਵਿੱਚ ਹੀ ਫਿਰ ਪਾਸ ਓਵਰ ਦਾ ਵੀ ਜ਼ਿਕਰ ਹੈ। ਸੋ ਇਹ ਕਈ ਗੱਲਾਂ ਜਿਹੜੀਆਂ ਸੀ, ਇਹ ਜਿਹੜੇ ਯਾਤਰੀ ਸੀਗੇ, ਧਾਰਮਿਕ ਯਾਤਰੀ,
ਇਹ ਯਾਤਰਾ ਕਰਨ ਵਾਸਤੇ ਉੱਥੇ ਆਉਂਦੇ ਸੀਗੇ। ਔਰ ਇਹਨੂੰ ਇੱਕ ਬਹੁਤ, ਜਿਸ ਤਰ੍ਹਾਂ ਯਾਦ ਆ ਇੰਡੀਆ 'ਚ ਕੁੰਭ ਦਾ ਮੇਲਾ ਲੱਗਾ ਪਿੱਛੇ ਜੇ, ਕੁੰਭ ਦੇ ਮੇਲੇ ਦਾ ਇਹੋ ਹੀ ਫਾਇਦਾ ਹੋਇਆ ਵੀ ਕਰੋਨਾ ਵੱਧ ਗਿਆ, ਹੋਰ ਤਾਂ ਕੋਈ ਗੱਲ ਨਹੀਂ ਹੋਈ। ਪਰ ਇੱਥੇ ਕੀ ਹੁੰਦਾ ਹੈ ਕਿ ਲੋਕੀ ਆਉਂਦੇ ਨੇ ਹਜ਼ਾਰਾਂ ਦੇ ਵਿੱਚ, ਔਰ ਯਰੂਸ਼ਲਮ ਦੇ ਦੁਆਲੇ ਇਹ ਡੇਰਿਆਂ ਦਾ ਫੀਸਟ ਆਫ ਟੈਬਰਨੈਕਲ ਮਨਾਉਂਦੇ ਨੇ। ਔਰ ਇਹ ਜਿਹੜੀ ਫੀਸਟ ਮਨਾਈ ਜਾਂਦੀ ਸੀ, ਇਹਦੇ ਦੋ ਵਿਸ਼ੇ ਹੁੰਦੇ ਸੀ। ਦੇ ਵਰ ਟੂ ਥੀਮਸ, ਇੱਕ ਸੀਗਾ ਲਾਈਟ ਤੇ ਇੱਕ ਸੀ ਪਾਣੀ। ਦੋ ਗੱਲਾਂ ਸੀਗੀਆਂ, ਯਾਦ ਰੱਖਣਾ, ਅੱਜ ਦਾ ਸਾਡਾ ਮੈਸੇਜ ਵੀ ਇਹਦੇ ਉੱਤੇ ਚੱਲੇਗਾ। ਸੋ ਉਹ ਕੀ ਕਰਦੇ ਸਨ ਕਿ ਉੱਥੇ ਆ ਕੇ ਆਪਣੇ ਇਹ ਛੋਟੀਆਂ ਛੋਟੀਆਂ ਝੌਂਪੜੀਆਂ ਬਣਾ ਲੈਂਦੇ ਸੀ, ਟਹਿਣੀਆਂ ਕੱਟ ਕੇ, ਪੱਤੇ ਕੱਟ ਕੇ, ਤਾਂ ਕਿ ਧੁੱਪ ਤੋਂ ਬਚਦੇ ਰਹਿਣ, ਕਿਉਂਕਿ ਇਹ ਇਲਾਕਾ ਜਿਹੜਾ ਸੀਗਾ ਉਹ ਸਾਰਾ ਡੈਜ਼ਰਟ ਸੀਗਾ ਤੇ ਰੇਗਿਸਤਾਨ ਸੀ। ਸੋ ਉਹ ਕੀ ਕਰਦੇ ਸਨ ਵੀ ਝੌਂਪੜੀਆਂ ਬਣਾ ਕੇ ਤੇ ਉਹਦੇ ਵਿੱਚ ਰਹਿੰਦੇ ਸੀ। ਔਰ ਰੋਜ਼ ਉੱਥੇ ਪਹਿਲੀ ਗੱਲ ਸੀਗੀ, ਪਹਿਲਾ ਜਿਹੜਾ ਵਿਸ਼ੇ ਸੀ, ਥੀਮ ਸੀ, ਉਹ ਸੀਗਾ ਪਾਣੀ। ਸੋ ਰੋਜ਼ ਇਕੱਠੇ ਹੋ ਕੇ ਉਹ ਬਾਰਿਸ਼ ਦੇ ਵਾਸਤੇ ਦੁਆ ਕਰਦੇ ਸੀ ਵੀ ਵਰਖਾ ਟਾਈਮ ਸਿਰ ਹੋ ਜਾਵੇ, ਕਿਉਂਕਿ ਇਸ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਕਮੀ ਸੀ। ਔਰ ਬਹੁਤ ਘੱਟ ਪਾਣੀ ਜਿਹੜਾ ਸੀਗਾ, ਉਹ ਖਾਸ ਕਰ ਇੱਕ ਸੋਮਾ ਸੀਗਾ, ਜਿਹਦੇ ਬਾਰੇ ਅਸੀਂ ਪੜ੍ਹਿਆ ਕਿ ਜਿਹਨੂੰ 7ਵੀਂ ਆਇਤ ਦੇ ਵਿੱਚ ਵੇਖੋ, ਜਿੱਥੇ ਅੰਨੇ ਆਦਮੀ ਨੂੰ sorry, is everything okay? Hello? Okay pastor ji, okay, sorry। ਹਾਂ, ਤੇ ਉੱਥੇ ਜਾ ਕੇ ਉਹ ਜਿਹੜਾ ਸਿਲੋਮ ਦਾ ਕੁੰਡ ਸੀਗਾ, 7ਵੀਂ ਆਇਤ 9ਵੇਂ ਚੈਪਟਰ 7ਵੀਂ ਆਇਤ ਦੇ ਵਿੱਚ ਜ਼ਿਕਰ ਆ, ਉਸਨੇ ਉਸਨੂੰ ਆਖਿਆ, ਜਾ ਸਿਲੋਆਮ ਦੇ ਕੁੰਡ ਵਿੱਚ, ਜਿਸ ਦਾ ਅਰਥ ਹੈ ਭੇਜਿਆ ਹੋਇਆ। ਸੋ ਉਹ ਕੁੰਡ ਜਿਹੜਾ ਸੀਗਾ ਪਾਣੀ ਦਾ, ਉਹ ਉੱਥੇ ਸੀਗਾ, ਤੇ ਲੋਕੀ ਉੱਥੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਵਾਪਸ ਉਹ ਮੰਦਿਰ ਦੇ ਵਿੱਚ ਲੈ ਜਾਂਦੇ ਸੀ। ਔਰ ਉਹ ਪਾਣੀ ਫਿਰ ਜਿਹੜਾ ਸੀਗਾ, ਉਹ ਜਿਹੜੀ ਬੇਦੀ ਸੀ ਉਹਦੇ ਉੱਤੇ ਪਾਇਆ ਜਾਂਦਾ ਸੀ, ਔਰ ਬੜੇ ਗਾਣੇ ਗਾਏ ਜਾਂਦੇ ਸੀ, ਜ਼ਬੂਰ ਗਾਏ ਜਾਂਦੇ ਸੀ, ਔਰ ਪ੍ਰਭੂ ਦੀ ਉਪਾਸਨਾ ਕੀਤੀ ਜਾਂਦੀ ਸੀ, ਔਰ ਧੰਨਵਾਦ ਕੀਤਾ ਜਾਂਦਾ ਸੀ, ਔਰ ਪ੍ਰਾਰਥਨਾ ਕੀਤੀ ਜਾਂਦੀ ਸੀ ਕਿ ਟਾਈਮ ਸਿਰ ਬਾਰਿਸ਼ ਹੋ ਜਾਵੇ। ਸੋ that was the first theme was water। ਦੂਸਰੀ ਗੱਲ ਸੀਗੀ, ਦੂਸਰਾ ਜਿਹੜਾ ਥੀਮ ਸੀ ਜਾਂ ਵਿਸ਼ੇ ਸੀ, ਉਹ ਸੀਗਾ ਚਾਨਣ ਦਾ, ਲਾਈਟ ਦਾ। ਤੇ ਲੋਕੀ ਕੀ ਕਰਦੇ ਸੀ, ਉਹ ਉਸ ਇਲਾਕੇ ਦੇ ਵਿੱਚ ਉਹ ਮੰਦਿਰ ਦੇ ਉੱਤੇ ਬਹੁਤ ਵੱਡੇ ਵੱਡੇ ਚਿਰਾਗਦਾਨ ਜਿਹੜੇ ਸੀ ਜਲਾ ਦਿੱਤੇ ਜਾਂਦੇ ਸੀ, ਰੌਸ਼ਨੀ ਕੀਤੀ ਜਾਂਦੀ ਸੀ, ਜਿੱਦਾਂ ਆਪਣੇ ਦੀਵਾਲੀ ਹੁੰਦੀ ਆ। ਔਰ ਇਹ ਲੋਕੀ ਧਾਰਮਿਕ ਯਾਤਰਾ ਕਰਨ ਵਾਸਤੇ ਉੱਥੇ ਆਉਂਦੇ ਸੀ, ਔਰ ਸ਼ਾਮ ਨੂੰ ਉੱਥੇ ਲਾਈਟ ਬਹੁਤ ਹੁੰਦੀ ਸੀ। ਇੱਥੇ ਇੰਨੀ ਲਾਈਟ ਹੁੰਦੀ ਸੀ ਕਿ ਦੂਰ ਦੂਰ ਤੱਕ ਸ਼ਹਿਰਾਂ ਦੇ ਲੋਕੀ ਉਹਨਾਂ ਨੂੰ ਦੇਖ ਸਕਦੇ ਸੀ, ਜਿਨ੍ਹਾਂ ਨੂੰ ਕਿ ਚਿਰਾਗਦਾਨ ਕਿਹਾ ਜਾਂਦਾ ਸੀ। ਔਰ ਉਹ ਸਾਰੀ ਰਾਤ ਜਿਹੜੇ ਚਿਰਾਗਦਾਨ ਸੀਗੇ ਉਹ ਜਲਦੇ ਰਹਿੰਦੇ ਸੀਗੇ, ਔਰ ਲੋਕੀ ਖੁਸ਼ੀ ਮਨਾਉਂਦੇ ਰਹਿੰਦੇ ਸੀ, ਗਾਣਾ ਗਾਉਂਦੇ ਸੀਗੇ, ਔਰ ਪ੍ਰਭੂ ਦੀ ਮਹਿਮਾ ਕਰਦੇ ਸੀ। ਔਰ ਸਵੇਰ ਵੇਲੇ ਜਿਸ ਵੇਲੇ ਉਹ ਲਾਈਟ ਖਤਮ ਹੋ ਜਾਂਦੀ ਸੀ, ਫਿਰ ਜਿਹੜੇ ਪੁਰੋਹਿਤ ਸੀਗੇ ਜਾਂ ਜਿਹੜੇ ਪੁਜਾਰੀ ਸੀਗੇ, ਉਹ ਆਪਣੇ ਮੰਦਿਰ ਦੇ ਬਾਹਰ ਆ ਕੇ ਤੇ ਉਹ ਲੋਕਾਂ ਨੂੰ ਮਿਲਦੇ ਸੀਗੇ, ਔਰ ਉਹਦੇ ਬਾਅਦ ਫਿਰ ਵਾਪਸ ਮੰਦਿਰ ਦੇ ਵਿੱਚ ਚਲੇ ਜਾਂਦੇ ਸੀ। ਔਰ ਇਸ ਤਰ੍ਹਾਂ ਇੱਕ ਕਿਸਮ ਦਾ ਇਹ ਸੈਲੀਬ੍ਰੇਸ਼ਨ ਕੀਤੀ ਜਾਂਦੀ ਸੀ ਕਿ ਚਾਨਣ ਜਿਹੜਾ ਹੈ ਉਹ ਪਰਮੇਸ਼ਵਰ ਹੈ, ਔਰ ਪਰਮੇਸ਼ਵਰ ਵੱਲੋਂ ਹੈ। ਸੋ ਇਹ ਦੋ ਚੀਜ਼ਾਂ ਦਾ ਜਿਹੜਾ ਖਾਸ ਉੱਥੇ ਪ੍ਰਚਾਰ ਕੀਤਾ ਜਾਂਦਾ ਸੀ। ਔਰ ਜਿਸ ਤਰ੍ਹਾਂ ਕਿ ਜ਼ਬੂਰ ਦੇ ਵਿੱਚ ਵੀ ਅਸੀਂ ਪੜ੍ਹਨੇ ਆ, 27 ਜ਼ਬੂਰ ਦੇ ਵਿੱਚ, ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, ਮੈਂ ਕਿਸ ਤੋਂ ਡਰਾਂਗਾ। 27 ਜ਼ਬੂਰ ਦੀ ਪਹਿਲੀ ਵਰਸ ਦੇ ਵਿੱਚ ਲਿਖਿਆ ਦਾ ਕਿ The Lord is my light and my savior, whom shall I fear। ਜਦੋਂ ਬੰਦਾ ਚਾਨਣ ਦੇ ਵਿੱਚ ਹੁੰਦਾ, ਉਹਨੂੰ ਕੋਈ ਡਰ ਨਹੀਂ ਹੁੰਦਾ। ਡਰ ਕਦੋਂ ਹੁੰਦਾ? ਹਨੇਰੇ ਦਾ, ਹਨੇਰੇ ਦੇ ਵਿੱਚ, ਕਿਉਂਕਿ ਹਨੇਰੇ ਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਕਿੰਨੇ ਆ ਪੈਣਾ, ਕਿੰਨੇ ਮਾਰ ਕੁੱਟਣਾ, ਕਿਉਂਕਿ ਜਿੰਨੇ ਵੀ ਬੁਰਾਈ ਦੇ ਕੰਮ, ਮਰਡਰ ਜਾਂ ਅਟੈਕ ਕੀਤੇ ਜਾਂਦੇ ਨੇ, ਉਹ ਹਨੇਰੇ ਦੇ ਵਿੱਚ ਕੀਤੇ ਜਾਂਦੇ ਨੇ, ਚਾਨਣ ਵਿੱਚ ਨਹੀਂ ਕੀਤੇ ਜਾਂਦੇ। ਸੋ ਇਸ ਲਈ ਇਹ ਗੱਲ ਪ੍ਰਭੂ ਨੇ ਪਹਿਲੇ ਹੀ ਦੱਸ ਦਿੱਤੀ ਕਿ ਪਰਮੇਸ਼ਵਰ ਮੇਰਾ ਚਾਨਣ ਹੈ ਤੇ ਮੈਨੂੰ ਕਿਸੇ ਦਾ
ਡਰ ਨਹੀਂ ਹੈ। 27 ਜ਼ਬੂਰ ਦੀ ਪਹਿਲੀ ਆਇਤ। ਅੱਛਾ, ਨਾਲ ਹੁਣ ਸਾਡੀ ਕਹਾਣੀ ਜਿਹੜੀ ਆ ਚੱਲਦੀ ਰਹਿਣੀ ਹੈ, ਜਿਸ ਤਰ੍ਹਾਂ ਕਿ ਮੈਂ ਦੱਸਿਆ। ਅੱਛਾ, ਇਹ ਅੰਨੇ ਨੂੰ ਜਿਸ ਵੇਲੇ ਪ੍ਰਭੂ ਯਿਸੂ ਨੇ ਉਹਦੀਆਂ ਅੱਖਾਂ ਦੇ ਉੱਤੇ ਗਾਰਾ ਲਾਤਾ, ਥੁੱਕ ਲਾਤਾ, ਤੇ ਉਹਨੂੰ ਜਾ ਕੇ ਕਿਹਾ ਕਿ ਜਾ ਕੇ ਤੂੰ ਸਿਲਿਆਮ ਦੇ ਕੁੰਡ ਵਿੱਚ ਧੋ ਲਾ। ਅੱਛਾ, ਯਾਦ ਰੱਖਿਓ, ਇਹ ਨੋਟ ਕਰ ਲਵੋ, ਇਹ ਜਿਹੜਾ ਸ਼ਿਲੋਮ, ਇਹ ਜਿਹੜਾ ਜਗ੍ਹਾ ਆ, ਇਹਦਾ ਮਤਲਬ ਹੈਗਾ ਭੇਜਿਆ ਹੋਇਆ, ਸੈਂਟ। ਹੁਣ ਦੋ ਗੱਲਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਕਿ ਇਹ ਜਿਹੜਾ ਪਾਣੀ ਦਾ ਕੁੰਡ ਆ, ਇੱਕ ਖਾਸ ਜਗ੍ਹਾ ਆ ਜਿਹਦਾ ਮਤਲਬ ਆ ਭੇਜਿਆ ਹੋਇਆ। ਔਰ ਇਹ ਕੌਣ ਆ ਭੇਜਿਆ ਹੋਇਆ? ਕੌਣ ਆ? ਤੁਸੀਂ ਆਪ ਹੀ ਹਿਸਾਬ ਲਾ ਲਓ, ਉਹ ਪ੍ਰਭੂ ਯਿਸੂ ਆ। ਹਾਂਜੀ, ਤੇ ਉਹਨੇ ਕਿਹਾ ਕਿ ਇਹ ਜਾ ਕੇ ਉੱਥੇ ਧੋ ਲਵੋ ਤੇ ਤੁਹਾਡਾ ਹਨੇਰਾ ਜਿਹੜਾ ਹੈ ਦੂਰ ਹੋ ਜਾਏਗਾ, ਤੁਹਾਡਾ ਚਾਨਣ ਦੂਰ ਹੋ ਜਾਏਗਾ। ਜਿਹੜਾ ਪ੍ਰਭੂ ਯਿਸੂ ਕੋਲ ਆਏਗਾ, ਜਿਹੜਾ ਕਿ ਭੇਜਿਆ ਹੋਇਆ, ਹਾਲੇਲੂਇਆ, ਉਹਦਾ ਚਾਨਣ ਜਿਹੜਾ ਹੈ ਹੋ ਜਾਏਗਾ, ਹਨੇਰਾ ਦੂਰ ਹੋ ਜਾਏਗਾ। ਔਰ ਫਿਰ ਅਸੀਂ ਦੇਖਦੇ ਹਾਂ, ਥੋੜਾ ਜਿਹਾ ਪਿੱਛੇ ਚੱਲੀਏ, 7ਵੇਂ ਚੈਪਟਰ ਦੇ ਵਿੱਚ ਫਿਰ ਚੱਲੀਏ, ਤੇ ਇੱਕ ਜਗ੍ਹਾ ਜਿਸ ਵੇਲੇ ਇਹ ਕੰਮ ਖਤਮ ਹੁੰਦਾ, ਆਖਰੀ ਦਿਨ ਹੈ, ਤੇ ਪ੍ਰਭੂ ਯਿਸੂ ਨੇ ਇੱਕ ਉੱਥੇ ਐਲਾਨ ਕੀਤਾ, 7ਵੇਂ ਚੈਪਟਰ ਦੀ 37 ਆਇਤ ਤੇ ਪੜ੍ਹਦੇ ਆ। ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ, ਹਾਂਜੀ, ਆਖਰੀ ਦਿਨ ਆ ਗਿਆ, ਤੇ ਉਸੇ ਤਿਉਹਾਰ ਦੀ ਗੱਲ ਹੋ ਰਹੀ ਹੈ। ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਕਿ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ, ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ। ਜੋ ਕੋਈ ਮੇਰੇ ਉੱਤੇ ਨਿਸ਼ਚਾ ਕਰਦਾ ਹੈ, ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਸਦੇ ਅੰਦਰੋਂ ਬਹਿਣਗੀਆਂ। ਹਾਲੇਲੂਇਆ। ਔਰ ਇਹਦਾ ਮਤਲਬ ਇਹ 39 ਵਰਸ ਲਿਖਿਆ, ਪਰ ਉਸ ਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਣਾ ਸੀ, ਜਿਹੜਾ ਉਸ ਉੱਤੇ ਨਿਸ਼ਚਾ ਕੀਤਾ, ਕਿਉਂਕਿ ਆਤਮਾ ਅਜੇ ਦਿੱਤਾ ਨਹੀਂ ਸੀਗਾ। ਸੋ ਪ੍ਰਭੂ ਯਿਸੂ ਇਹ ਹਮੇਸ਼ਾ ਦੀ ਜ਼ਿੰਦਗੀ ਔਰ ਪਵਿੱਤਰ ਆਤਮਾ ਦੀ ਗੱਲ ਕਰ ਰਿਹਾ ਕਿ ਜਿਹੜਾ ਮੇਰੇ ਕੋਲ ਆਏ, ਜਿਹੜਾ ਪਿਆਸਾ ਹੋਏ, ਉਹ ਪੀਏ, ਤੇ ਉਹਦੇ ਅੰਦਰੋਂ ਫਿਰ ਜਿਹੜੇ ਸੋਮੇ ਆ ਪਾਣੀ ਦੇ, ਉਹ ਫੁੱਟ ਪੈਣਗੇ। ਔਰ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਅਥੀਨੋ ਦੇ ਵਿੱਚ, ਦੂਸਰੀਆਂ ਜਗ੍ਹਾ ਦੇ ਵਿੱਚ ਇਹ ਪਾਣੀ ਜਿਹੜਾ ਆ, ਜ਼ਿੰਦਗੀ ਦਾ ਸੋਮਾ ਜਿਹੜਾ ਆ, ਜਿਹੜੇ ਵਿਸ਼ਵਾਸੀ ਨੇ ਉਹਨਾਂ ਦੇ ਅੰਦਰੋਂ ਨਿਕਲ ਕੇ ਤੇ ਪ੍ਰਭੂ ਦੀ ਮਹਿਮਾ, ਪ੍ਰਭੂ ਦੇ ਜਲਾਲ ਦੇ ਵਾਸਤੇ ਕਰਦਾ। ਔਰ ਫਿਰ ਇਹ ਥੀਮ ਜਿਹੜਾ ਅੱਗੇ ਚੱਲਦਾ, ਅਗਲੇ 8ਵੇਂ ਚੈਪਟਰ ਦੇ ਵਿੱਚ ਚੱਲੀਏ, ਤੇ ਫਿਰ ਪ੍ਰਭੂ ਯਿਸੂ ਨੇ ਇੱਕ ਹੋਰ ਐਲਾਨ ਕੀਤਾ, 8ਵਾਂ ਚੈਪਟਰ ਉਹਦੀ 12 ਵਰਸ ਦੇ ਵਿੱਚ। ਹਾਂਜੀ, ਨਾਲ ਨੋਟ ਕਰੀ ਚੱਲੋ ਜਾਂ ਪੜ੍ਹੀ ਚੱਲੋ। 8ਵਾਂ ਚੈਪਟਰ 12 ਵਰਸ ਲਿਖਿਆ, ਉਪਰੰਤ ਯਿਸੂ ਨੇ ਫਿਰ ਉਹਨਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੈਂ ਹਾਂ, ਜਿਹੜਾ ਮੇਰੇ ਪਿੱਛੇ ਤੁਰਦਾ ਹੈ ਹਨੇਰੇ ਵਿੱਚ ਕਦੇ ਨਾ ਚੱਲੇਗਾ, ਸਗੋਂ ਉਸ ਦੇ ਕੋਲ ਜੀਵਨ ਦਾ ਚਾਨਣ ਹੋਏਗਾ। ਜੀਵਨ ਦਾ ਚਾਨਣ, ਹਾਲੇਲੂਇਆ, ਲਾਈਟ ਆਫ ਲਾਈਫ। ਹੁਣ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹ ਪ੍ਰਭੂ ਯਿਸੂ ਦੀਆਂ ਦੱਸ ਕੇ ਯੂਹੰਨਾ ਆਪਣੇ ਜਿਹਦੇ ਉਹਦੇ ਲੋਕੀ ਜਿਨ੍ਹਾਂ ਨੇ ਇਹ ਸ਼ਬਦ ਪੜ੍ਹਨੇ ਆ, ਉਹਨਾਂ ਨੂੰ ਤਿਆਰੀ ਕਰ ਰਿਹਾ। ਪ੍ਰਭੂ ਯਿਸੂ ਨੇ ਇੱਥੇ ਕਿਹਾ ਜਾਂਦਾ ਕਿ ਜੀਵਨ ਦਾ ਚਾਨਣ ਆ, ਕਿਉਂਕਿ ਜਿਹੜਾ ਬੰਦਾ ਉਹਦੇ ਪਿੱਛੇ ਚੱਲੇਗਾ ਉਹ ਕਦੀ ਹਨੇਰੇ ਦੇ ਵਿੱਚ ਨਾ ਚੱਲੇਗਾ। ਸੋ ਇਹ ਗੱਲਾਂ ਜਿਹੜੀਆਂ ਨੇ, ਇਹ ਪੁਰਾਣੇ ਨਿਯਮ ਦੇ ਵਿੱਚ ਵੀ ਦੱਸੀਆਂ ਸੀ, ਜਿਸ ਤਰ੍ਹਾਂ ਕਿ ਯਸ਼ਾਇਆ ਨਬੀ ਨੇ ਆਪਣੇ 42 ਚੈਪਟਰ ਦੇ ਵਿੱਚ, ਮੇਰਾ ਖਿਆਲ ਆ ਕਿ ਇਹ ਪੜ੍ਹ ਲਈਏ ਤਾਂ ਅੱਛਾ, ਥੋੜਾ ਪੁਰਾਣੇ ਨਿਯਮ 'ਚ ਚਲੇ ਜਾਂਦੇ ਆ। 42 ਚੈਪਟਰ, ਅਜ਼ਾਇਆ 42 ਚੈਪਟਰ verse 6 and 7, this is a prophecy, ਇਹ ਉਹ ਭਵਿੱਖਬਾਣੀ ਜਿਹੜੀ ਆ ਪ੍ਰਭੂ ਯਿਸੂ ਦੇ ਬਾਰੇ ਕੀਤੀ ਗਈ ਹੈ। ਚੈਪਟਰ 42 verse 6 and 7, 6ਵੀਂ ਆਇਤ ਲਿਖਿਆ, ਮੈਂ ਯਹੋਵਾ ਨੇ ਤੈਨੂੰ ਧਰਮ ਵਿੱਚ ਸੱਦਿਆ ਅਤੇ ਮੈਂ ਤੇਰੇ ਹੱਥ ਨੂੰ ਤਗੜਾ ਕਰਾਂਗਾ, ਮੈਂ ਤੇਰੀ ਰੱਖਿਆ ਕਰਾਂਗਾ ਅਤੇ ਤੈਨੂੰ ਪ੍ਰਜਾ ਲਈ ਨੇਮ ਅਤੇ ਕੌਮਾਂ ਲਈ ਜੋਤ ਠਹਿਰਾਵਾਂਗਾ। ਕੌਮਾਂ ਲਈ ਜੋਤ ਠਹਿਰਾਵਾਂਗਾ। I have appointed you to covenant of people, to bring out prisoners, to open the blind eyes, ਅੰਨ੍ਹਿਆਂ ਦੀਆਂ ਅੱਖਾਂ ਖੋਲਣ ਵਾਸਤੇ। ਔਰ ਇਹ ਪ੍ਰਭੂ ਯਿਸੂ ਨੇ ਵੀ ਇਸ ਗੱਲ ਦਾ ਜ਼ਿਕਰ ਲੂਕਾ ਦੀ ਅੰਜੀਲ ਦੇ ਵਿੱਚ ਕੀਤਾ। ਅੱਛਾ, ਤੇ
ਅਸੀਂ ਇਹ ਵੀ ਜਾਣਦੇ ਹਾਂ ਕਿ ਅਜ਼ਾਇਆ ਨਬੀ ਨੇ 9 ਚੈਪਟਰ ਦੀ ਦੂਸਰੀ ਵਰਸ ਦੇ ਵਿੱਚ ਵੀ ਲਿਖਿਆ ਕਿ ਜਿਹੜੇ ਲੋਕੀ ਹਨੇਰੇ 'ਚ ਚੱਲਦੇ ਸੀ ਉਹਨਾਂ ਨੇ ਬਹੁਤ ਚਾਨਣ ਦੇਖਿਆ। ਯਾਨੀ ਕਿ ਪ੍ਰਭੂ ਯਿਸੂ ਦੇ ਬਾਰੇ, ਉਸ ਦੇ ਜਨਮ ਦੇ ਬਾਰੇ ਇਹ ਪੇਸ਼ਨਗੋਈ ਜਾਂ ਇਹ ਭਵਿੱਖਬਾਣੀ ਕੀਤੀ ਗਈ। ਔਰ ਬਹੁਤ ਸਾਰੇ ਜਿਹੜਾ ਪੁਰਾਣਾ ਓਲਡ ਟੈਸਟਮੈਂਟ ਪੁਰਾਣਾ ਨੇਮ ਆ ਉਹਦੇ ਵਿੱਚ ਪ੍ਰਭੂ ਦੇ ਬਾਰੇ ਇਹ ਗੱਲਾਂ ਕਹੀਆਂ ਗਈਆਂ ਨੇ ਕਿ ਪ੍ਰਭੂ ਜਿਹੜਾ ਆ ਉਹ ਸਿਰਫ ਰੌਸ਼ਨੀ ਹੀ ਪਸੰਦ ਕਰਦਾ ਹੈ। ਔਰ ਰੌਸ਼ਨੀ ਜਿਹੜੀ ਹੈ, ਚਾਨਣ ਜਿਹੜਾ ਹੈ, ਉਹ ਇੱਕ ਪਵਿੱਤਰ ਚੀਜ਼ ਹੈ। ਉਹ ਲਿਖਿਆ ਦਾ ਕਿ ਉਹ ਅਣਪੁੱਜ ਜੋਤ ਵਿੱਚ ਵਸਦਾ ਹੈ। ਤਿਮੋਥੀ ਦੇ ਵਿੱਚ ਲਿਖਿਆ ਅਣਪੁੱਜ ਜੋਤ ਵਿੱਚ ਵਸਦਾ ਹੈ। ਤੂੰ ਚਾਨਣ ਨੂੰ ਪੁਸ਼ਾਕ ਵਾਂਗੂ ਤਾਣਦਾ ਹੈ। ਯਾਨੀ ਕਿ ਜਿਹੜਾ ਪਰਮੇਸ਼ਵਰ ਹੈ, ਪ੍ਰਭੂ ਹੈ, ਉਹ ਸਿਰਫ ਚਾਨਣ ਹੀ ਪਸੰਦ ਕਰਦਾ ਹੈ, ਚਾਨਣ ਦੇ ਵਿੱਚ ਰਹਿੰਦਾ ਹੈ, ਆਪਣੇ ਉੱਤੇ ਆਲੇ ਦੁਆਲੇ ਉਹਦੇ ਚਾਨਣ ਹੁੰਦਾ। ਔਰ ਜਦੋਂ ਜਦੋਂ ਵੀ ਅਸੀਂ ਦੇਖਿਆ ਪ੍ਰਭੂ ਜ਼ਾਹਿਰ ਹੋਇਆ, ਜਦੋਂ ਵੀ ਉਸਨੇ ਲੋਕਾਂ ਨੂੰ ਦਿਖਾਈ ਦਿੱਤਾ, ਯਾਦ ਆ ਪੁਰਾਣੇ ਨੇਮ ਦੇ ਵਿੱਚ ਉਹ ਅੱਗ ਦਾ ਖੰਭਾ ਬਣ ਕੇ, ਰੌਸ਼ਨੀ ਬਣ ਕੇ ਲੋਕਾਂ ਦੇ ਅੱਗੇ ਚੱਲਦਾ ਸੀ। ਸੋ ਇਹ ਜਿਹੜੀ ਸਾਰੀ ਗੱਲ ਐਕਚੁਅਲੀ ਪ੍ਰਭੂ ਯਿਸੂ ਦੇ ਬਾਰੇ ਦੱਸੀ ਗਈ ਹੈ। ਔਰ ਇੱਥੋਂ ਤੱਕ ਕਿਹਾ ਗਿਆ ਕਿ ਚਾਨਣ ਜਿਹੜਾ ਹੈ ਉਹ ਐਕਚੁਅਲੀ ਦੋ ਹੈ, ਔਰ ਉਹਦਾ ਮਤਲਬ ਹੈ ਕਿ ਪ੍ਰਭੂ ਦੀ ਮੁਕਤੀ। ਜਿਹੜਾ ਬੰਦਾ, ਜਿਸ ਤਰ੍ਹਾਂ ਪੰਜਾਬੀ 'ਚ ਵੀ ਆਪਾਂ ਕਹਿ ਦਿੰਦੇ ਯਾਰ ਅਸੀਂ ਤਾਂ ਹਨੇਰੇ 'ਚ ਹੀ ਰਹੇ, ਜੇ ਤੁਹਾਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਦਾ ਤਾਂ ਉਹ ਬੰਦੇ ਹਨੇਰੇ 'ਚ ਹੁੰਦਾ। ਜਦੋਂ ਕਿਸੇ ਨੂੰ ਗਿਆਨ ਹੋ ਜਾਂਦਾ, ਪਤਾ ਲੱਗ ਜਾਂਦਾ, ਪ੍ਰਭੂ ਦੀ ਮੁਕਤੀ ਦੇ ਬਾਰੇ ਪਤਾ ਲੱਗ ਜਾਂਦਾ, ਤੇ ਉਹ ਚਾਨਣ ਦੇ ਵਿੱਚ ਆ ਜਾਂਦਾ। ਸੋ ਚਾਨਣ ਦਾ ਮਤਲਬ ਇਹ ਹੈ ਕਿ ਮੁਕਤੀ, ਉਹਦੀ ਚਾਨਣ ਦੇ ਵਿੱਚ ਤੁਰਨਾ, ਮੁਕਤੀ ਚਾਨਣ ਦੇ ਵਿੱਚ ਉਹਦਾ ਚੱਲਣਾ। ਹਾਂਜੀ, ਔਰ ਬਗੈਰ ਚਾਨਣ ਦੇ ਜਿਹੜਾ ਜ਼ਿੰਦਗੀ ਆ, ਜਿਹੜੀ ਮੁਕਤੀ ਆ, ਉਹ ਮੁਸ਼ਕਲ ਆ। ਔਰ ਜਿੱਥੇ ਚਾਨਣ ਨਹੀਂ ਆ ਉੱਥੇ ਕੀ ਆ? ਹਨੇਰਾ ਆ। ਤੇ ਹਨੇਰਾ ਕੀ ਆ? ਉਹ ਮੌਤ ਹੈ, ਪਾਪ ਦੀ ਮੌਤ, ਗੁਨਾਹ ਦੀ ਮਜ਼ਦੂਰੀ, ਇਹ ਉਹ ਮੌਤ ਹੈ ਜਦੋਂ ਕੋਈ ਬੰਦਾ ਹਨੇਰੇ ਦੇ ਵਿੱਚ ਰਹਿੰਦਾ। ਔਰ ਜੇ ਪ੍ਰਭੂ ਯਿਸੂ ਚਾਨਣ ਬਣ ਕੇ ਆਇਆ ਤੇ ਉਹਨੇ ਜਿਹੜੇ ਉਹਦੇ ਵਿਸ਼ਵਾਸੀ ਨੇ, ਜਿਹੜੇ ਉਹਦੇ ਪਿੱਛੇ ਚੱਲਦੇ ਨੇ, ਉਹਦੇ ਡਿਸਾਈਪਲਸ ਨੇ, ਉਹਨਾਂ ਦੇ ਵਾਸਤੇ ਵੀ ਇੱਕ ਖਾਸ ਗੱਲ ਉਹਨੇ ਕਹੀ ਆ ਕਿ ਤੁਸੀਂ ਦੁਨੀਆ ਦਾ ਚਾਨਣ ਹੋ। ਸੋ ਜੇ ਤੁਸੀਂ ਪ੍ਰਭੂ ਯਿਸੂ ਨੂੰ ਚਾਨਣ ਮੰਨਦੇ ਹੋ ਤਾਂ ਫਿਰ ਤੁਸੀਂ ਵੀ ਚਾਨਣ ਬਣ ਜਾਂਦੇ ਹੋ, ਔਰ ਤੁਸੀਂ ਉਹਦੇ ਗਵਾਹ ਬਣ ਜਾਂਦੇ ਹੋ। ਐਂਡ ਯੂ ਆਰ ਦ ਲਾਈਟ ਆਫ ਦ ਵਰਲਡ, ਤੁਸੀਂ ਦੁਨੀਆ ਦੇ ਚਾਨਣ ਬਣ ਜਾਂਦੇ ਹੋ। ਸੋ ਇਹ ਗੱਲ ਜਿਹੜੀ ਹੈ ਚੱਲਦੀ ਰਹਿਣੀ ਹੈ। ਪ੍ਰਭੂ ਯਿਸੂ ਨੇ ਇਹ ਜਦੋਂ ਫੈਸਲਾ ਕੀਤਾ ਤੇ ਬਿਲਕੁਲ ਇਹ ਦੱਸ ਦਿੱਤਾ, ਜਿਹੜਾ ਬੰਦਾ ਰੌਸ਼ਨੀ ਦੇ ਵਿੱਚ ਨਹੀਂ ਚੱਲਦਾ ਉਹ ਪਰਮੇਸ਼ਵਰ ਦੇ ਬਗੈਰ, ਵਿਦਆਊਟ ਚਾਨਣ ਦੇ ਬਗੈਰ ਹਨੇਰਾ। ਇੱਕ ਗਾਣਾ ਸੀਗਾ ਮੈਨੂੰ ਯਾਦ, ਨਾਮ ਬਿਨਾ ਹੈ ਹਨੇਰਾ। ਹਾਂਜੀ, ਨਾਮ ਬਿਨਾ ਹੈ ਹਨੇਰਾ, ਯਿਸੂ ਤੇਰੇ ਨਾਮ ਬਿਨਾ। ਜਿਹੜਾ ਨਾਮ ਨਹੀਂ ਆ, ਜਿਹੜਾ ਪ੍ਰਭੂ ਯਿਸੂ ਨੂੰ ਨਹੀਂ ਜਾਣਦਾ, ਉਹ ਹਨੇਰੇ ਦੇ ਵਿੱਚ ਜਾਂਦਾ। ਔਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਅੱਗੇ ਵੀ ਕਿ ਇਹ ਜਿਹੜੀ ਸਾਰੀ ਗੱਲ ਸੀਗੀ, ਇਹ ਪ੍ਰਭੂ ਯਿਸੂ ਦੇ ਵਿੱਚ ਜਾ ਕੇ ਪੂਰੀ ਹੋਈ। ਪੁਰਾਣੇ ਨੇਮ ਦੇ ਵਿੱਚ ਜਿੰਨੀਆਂ ਵੀ ਪ੍ਰੋਫੈਸੀਜ਼, ਭਵਿੱਖਬਾਣੀਆਂ ਕੀਤੀਆਂ ਗਈਆਂ, ਖਾਸ ਕਰ ਚਾਨਣ ਦੇ ਬਾਰੇ, ਇਹ ਆ ਕੇ ਤੇ ਪ੍ਰਭੂ ਯਿਸੂ ਦੇ ਵਿੱਚ ਪੂਰੀਆਂ ਹੋਈਆਂ। ਪ੍ਰਭੂ ਯਿਸੂ ਨੇ ਇਹ ਦਿਖਾ ਦਿੱਤਾ, ਦੱਸ ਦਿੱਤਾ ਕਿ ਦੁਨੀਆ ਦਾ ਚਾਨਣ ਮੈਂ ਹੀ ਹਾਂ। ਬਲਕਿ ਇਹ ਨਹੀਂ ਕਿ ਉਹ ਸਿਰਫ ਚਾਨਣ ਦਿਖਾ ਰਿਹਾ, ਬਲਕਿ ਉਹ ਚਾਨਣ ਦੇ ਰਾਹੀਂ ਪਰਮੇਸ਼ਵਰ ਦਾ ਸਾਨੂੰ ਦਰਸ਼ਨ ਕਰਾ ਰਿਹਾ। ਕਿਉਂਕਿ ਪ੍ਰਭੂ ਯਿਸੂ ਜਿਹੜਾ ਉਹ ਪਰਮੇਸ਼ਵਰ ਦਾ ਪ੍ਰਤੀਬਿੰਬ ਹੈ, ਜਿਹਨੂੰ ਇੰਗਲਿਸ਼ ਦੇ ਵਿੱਚ ਰਿਫਲੈਕਸ਼ਨ ਕਿਹਾ ਜਾਂਦਾ। ਉਹ ਪ੍ਰਭੂ ਦਾ ਪ੍ਰਤੀਬਿੰਬ ਹੈ, ਔਰ ਜੋ ਕੁਛ ਪ੍ਰਭੂ ਹੈ ਉਹੀ ਪ੍ਰਭੂ ਯਿਸੂ ਹੈ। ਉਹਦੇ ਰਾਹੀਂ ਸਾਨੂੰ ਪਤਾ ਲੱਗਦਾ। ਹਾਂਜੀ, ਫਿਰ ਦੂਸਰੀ ਗੱਲ ਇਹ ਆ ਕਿ ਚਾਨਣ ਦੇ ਵਿੱਚ ਹਨੇਰਾ ਦੂਰ ਹੋ ਜਾਂਦਾ, ਔਰ ਹਾਲੇਲੂਇਆ ਸੱਚਾਈ ਨਜ਼ਰ ਆਉਂਦੀ ਹੈ। ਕਿਉਂਕਿ ਹਨੇਰੇ ਦੇ ਵਿੱਚ ਕਈ ਗੱਲਾਂ ਲੁਕੀਆਂ ਰਹਿੰਦੀਆਂ ਨੇ, ਸਾਨੂੰ ਪਤਾ ਨਹੀਂ ਲੱਗਦਾ। ਦੂਸਰੀ ਗੱਲ ਇਹ ਹੈ ਕਿ ਚਾਨਣ ਜਿਹੜਾ ਉਹ
ਨਿਆਂ ਵੀ ਕਰਦਾ, ਜਜਮੈਂਟ ਵੀ ਕਰਦਾ। ਜਦੋਂ ਕੋਈ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਬੰਦੇ ਨੇ ਪਾਪ ਕੀਤਾ, ਬੁਰਾਈ ਕੀਤੀ ਆ, ਮਰਡਰ ਕੀਤਾ ਆ ਜਾਂ ਕੋਈ ਐਸੀ ਗੱਲ, ਤੇ ਉਹਦੀ ਖੋਜਬਾਲ ਕੀਤੀ ਜਾਂਦੀ ਆ, ਪਤਾ ਲੱਗਦਾ। ਔਰ ਜਦੋਂ ਉਹ ਗੱਲ ਚਾਨਣ ਚ ਆ ਜਾਂਦੀ ਆ, ਬਾਹਰ ਆ ਜਾਂਦੀ ਆ, ਚਾਨਣ ਉਸ ਗੱਲ ਦਾ ਜਜਮੈਂਟ ਕਰਦਾ ਕਿ ਇਹ ਕੌਣ ਪਾਪੀ ਹੈ ਔਰ ਕੌਣ ਨਹੀਂ ਪਾਪੀ। ਸੋ ਚਾਨਣ ਦੇ ਰਾਹੀਂ ਇਹ ਇਟਸ ਲਾਈਕ ਅ ਫਲੱਡ ਲਾਈਟ, ਜਦੋਂ ਕਿਤੇ ਰੌਸ਼ਨੀ ਪਾ ਦਿੱਤੀ ਜਾਏ ਨਾ ਬੜੀ, ਤਾਂ ਸਭ ਕੁਝ ਨਜ਼ਰ ਆਣਾ ਸ਼ੁਰੂ ਹੋ ਜਾਂਦਾ, ਬੁਰਾਈ ਅੱਛਾਈ। ਸੋ ਚਾਨਣ ਇਜ਼ ਆਲਸੋ ਅ ਜਜਮੈਂਟ, ਲਾਈਟ ਇਜ਼ ਆਲਸੋ ਅ ਜਜਮੈਂਟ। ਅੱਛਾ, ਦੋ ਗੱਲਾਂ ਨੇ। ਇੱਕ ਤੇ ਇਹ ਨੇ ਕਿ ਦੇਰ ਆਰ ਪੀਪਲ ਹੂ ਆਰ ਸਨਸ ਆਫ ਦ ਲਾਈਟ ਹੂ ਵੈਲਕਮ ਦ ਲਾਈਟ। ਹਾਂਜੀ, ਹੁਣ ਜਿਸ ਤਰ੍ਹਾਂ ਤੁਸੀਂ ਵਚਨ ਸੁਣ ਰਹੇ ਹੋ, ਤੁਹਾਡੇ ਪੱਲੇ ਕੋਈ ਗੱਲ ਪੈ ਰਹੀ ਆ, ਤੁਸੀਂ ਚਾਨਣ ਚ ਆ ਰਹੇ ਹੋ, ਤੇ ਤੁਹਾਨੂੰ ਪਤਾ ਲੱਗਦਾ, ਤੇ ਤੁਸੀਂ ਇਸ ਨੂੰ ਯਾਦ ਰੱਖੋਗੇ, ਇਸ ਨੂੰ ਨੋਟ ਕਰੋਗੇ, ਪ੍ਰਭੂ ਦਾ ਧੰਨਵਾਦ ਕਰੋਗੇ ਕਿ ਕੋਈ ਗੱਲ ਤੁਹਾਡੇ ਪੱਲੇ ਪਈ ਆ, ਤੇ ਤੁਸੀਂ ਚਾਨਣ ਦੇ ਬਾਰੇ ਸੁਣਿਆ, ਤੇ ਤੁਸੀਂ ਇਸ ਗਿਆਨ ਦਾ ਵੈਲਕਮ ਕਰੋਗੇ, ਚਾਨਣ ਨੂੰ ਵੈਲਕਮ ਕਰੋਗੇ। ਔਰ ਕਈ ਐਸੇ ਲੋਕੀ ਨੇ ਜਿਨ੍ਹਾਂ ਨੂੰ ਸਨਸ ਆਫ ਡਾਰਕਨੈਸ ਕਿਹਾ ਜਾਂਦਾ, ਉਹ ਰਹਿੰਦੇ ਹੀ ਹਨੇਰੇ ਚ ਨੇ, ਉਹ ਚਾਨਣ ਦੇ ਵਿੱਚ ਆਉਣਾ ਹੀ ਨਹੀਂ ਚਾਹੁੰਦੇ। ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ, ਜਿੰਨਾ ਮਰਜ਼ੀ ਤੁਸੀਂ ਪ੍ਰਚਾਰ ਕਰ ਲਓ। ਸੋ ਇਹ ਜਿਹੜੇ ਲੋਕੀ ਨੇ, ਇਹ ਚਾਨਣ ਨੂੰ ਨਾ ਸਿਰਫ ਉਹਦੇ ਦੁਸ਼ਮਣ ਨੇ, ਬਲਕਿ ਉਹਨੂੰ ਖਤਮ ਕਰਨਾ ਚਾਹੁੰਦੇ ਨੇ, ਉਹਨੂੰ ਮਾਰ ਦੇਣਾ ਚਾਹੁੰਦੇ ਨੇ, ਉਹਨੂੰ ਨਾਸ਼ ਕਰ ਦੇਣਾ ਚਾਹੁੰਦੇ ਨੇ। ਇਹਦੇ ਗੱਲ ਅੱਗੇ ਚੱਲ ਕੇ ਮੈਂ ਥੋੜੀ ਜਿਹੀ ਗੱਲ ਹੋਰ ਵਧਾਵਾਂਗਾ। ਔਰ ਇਹ ਇਸ ਤਰ੍ਹਾਂ ਆ ਕਿ ਚਾਨਣ ਨੂੰ ਲੋਕੀ ਬਰਦਾਸ਼ਤ ਨਹੀਂ ਕਰ ਸਕਦੇ। ਜਿਹੜੇ ਹਨੇਰੇ ਚ ਰਹਿਣ ਵਾਲੇ ਲੋਕੀ ਨੇ, ਉਹ ਚਾਨਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਉਹਨੂੰ ਸਹਿ ਨਹੀਂ ਸਕਦੇ। ਕਿਉਂਕਿ ਇੱਕ ਗੱਲ ਜਿਹੜੀ ਬਹੁਤ ਅੱਛੀ ਲਿਖੀ ਗਈ ਆ, ਉਹ ਇਹ ਹੈ ਕਿ ਇਸ ਜਹਾਨ ਦੇ, ਕਰੰਥੀਅਨ 4:4 ਦੇ ਵਿੱਚ ਲਿਖਿਆ था ਕਿ ਇਸ ਜਹਾਨ ਦੇ ਪਰਮੇਸ਼ਵਰ ਨੇ ਕੀ ਕੀਤਾ ਹੋਇਆ, ਲੋਕਾਂ ਦੀਆਂ ਅੱਖਾਂ ਬੰਦ ਕੀਤਾ, ਉਹਨਾਂ ਨੂੰ ਅੰਨ੍ਹਿਆ ਕੀਤਾ ਹੋਇਆ, ਉਹ ਚਾਨਣ ਦੇਖ ਹੀ ਨਹੀਂ ਸਕਦੇ। ਤੇ ਜਿਹੜਾ ਜਿਹੜਾ ਬੰਦਾ ਇਸ ਜਹਾਨ ਦੇ ਪਰਮੇਸ਼ਵਰ ਦੇ, ਰਾਜਕੁਮਾਰ ਦੇ, ਸ਼ੈਤਾਨ ਦੇ ਕਾਬੂ ਦੇ ਵਿੱਚ ਆ, ਉਹਨੂੰ ਗੱਲ ਪੱਲੇ ਪੈਣੀ ਨਹੀਂ, ਉਹਨੂੰ ਚਾਨਣ ਦਿਸਣਾ ਨਹੀਂ, ਭਾਵੇਂ ਜਿੰਨੀਆਂ ਮਰਜ਼ੀ ਬੱਤੀਆਂ ਬਾਲ ਦੋ। ਹਾਂਜੀ, ਉਹ ਜਿਹੜਾ ਹਨੇਰੇ ਦੇ ਵਿੱਚ ਰਹਿੰਦਾ, ਔਰ ਖਾਸ ਕਰ ਜਿਹੜਾ ਬੰਦਾ ਅੰਨਾ ਆ, ਉਹਨੂੰ ਨਹੀਂ ਪਤਾ ਲੱਗਦਾ। ਅੱਛਾ, ਜਨਰਲੀ ਤੇ ਦੇਖਿਆ ਜਾਏ ਹੁਣ, ਤੇ ਇਹ ਗੱਲ ਆ ਕਿ ਜਿਹੜਾ ਹਨੇਰਾ ਆ, ਉਹ ਚਾਨਣ ਦੇ ਉੱਤੇ ਕਾਬੂ ਨਹੀਂ ਪਾ ਸਕਦਾ। ਜਿੰਨਾ ਮਰਜ਼ੀ ਹੋਵੇ ਹਨੇਰਾ ਹੋਵੇ, ਭਾਵੇਂ ਸਾਰੇ ਘਰ ਦੇ ਵਿੱਚ ਹਨੇਰਾ ਹੋਵੇ, ਤੁਸੀਂ ਇੱਕ ਦੀਵਾ ਮੋਮਬੱਤੀ ਬਾਲ ਦੋ, ਉਹ ਜਿੱਥੇ ਜਿੱਥੇ ਜਾਏਗਾ ਉਹਨੇ ਚਾਨਣ ਕਰਦੇ ਜਾਣਾ। ਹਾਲੇਲੂਇਆ। ਉਹਨੂੰ ਕੋਈ ਹਨੇਰਾ ਜਿਹੜਾ ਰੋਕ ਨਹੀਂ ਸਕਦਾ। ਤੁਹਾਡੇ ਚੋਂ ਪਤਾ ਨਹੀਂ ਕਿੰਨੇ ਲੋਕੀ ਉਰਦੂ ਸਮਝਦੇ ਨੇ। ਇੱਕ ਉਰਦੂ ਦਾ ਇੱਕ ਸ਼ੇਰ ਹੈ ਕਿ ਕਿਆ ਕਭੀ ਅੰਧੇਰੇ ਨੇ ਸੁਬਹ ਨਾ ਹੋਣੇ ਦੀ ਹੋ। ਹਨੇਰਾ ਜਿਹੜਾ ਉਹ ਸਵੇਰ ਹੋਣ ਤੋਂ ਨਹੀਂ ਰੋਕ ਸਕਦਾ। ਰਾਤ ਭਾਵੇਂ ਜਿੰਨੀ ਮਰਜ਼ੀ ਹਨੇਰੀ ਹੋਵੇ, ਜਦੋਂ ਸਵੇਰੇ ਆਣਾ, ਚੰਦ ਸੂਰਜ ਚੜ੍ਹਨਾ, ਹਨੇਰਾ ਦੂਰ ਹੋ ਜਾਣਾ। ਸੋ ਹਨੇਰੇ ਦੇ ਵਿੱਚ ਕੋਈ ਐਸੀ ਸ਼ਕਤੀ ਨਹੀਂ ਹੈ, ਹਾਲੇਲੂਇਆ, ਕਿ ਜਿਹੜੀ ਚਾਨਣ ਨੂੰ ਰੋਕ ਸਕੇ। ਹਾਂਜੀ, ਅੱਛਾ, ਹੋਇਆ ਕੀ ਹੁਣ ਸ਼ੁਰੂ ਦੇ ਵਿੱਚ ਜਿਸ ਵੇਲੇ ਸੰਸਾਰ ਦੀ ਰਚਨਾ ਕੀਤੀ ਗਈ, ਤੇ ਸਭ ਤੋਂ ਪਹਿਲੇ ਕੀ ਹੋਇਆ ਕਿ ਪਵਿੱਤਰ ਆਤਮਾ ਆਇਆ। ਲਿਖਿਆ ਦਾ ਕਿ ਪਵਿੱਤਰ ਆਤਮਾ, the Holy Spirit was brooding over। ਫਿਰ ਸ਼ਬਦ ਆਇਆ। ਹਾਂਜੀ, ਪ੍ਰਭੂ ਨੇ ਕਿਹਾ ਕਿ ਚਾਨਣ ਹੋ ਜਾਵੇ। ਸੋ ਚਾਨਣ ਜਿਹੜਾ ਹੈ ਉਹ ਪ੍ਰਭੂ ਦੇ ਸ਼ਬਦ ਦੀ ਵਜ੍ਹਾ ਨਾਲ ਆਇਆ। ਹਾਲੇਲੂਇਆ। ਹੁਣ ਸ਼ਬਦ ਕੌਣ ਹੈ? ਪ੍ਰਭੂ ਯਿਸੂ। ਆਦਿ ਚ ਸ਼ਬਦ ਸੀ, ਸ਼ੁਰੂ ਦੇ ਵਿੱਚ ਵੀ ਸ਼ਬਦ ਸੀ। ਉਹ ਸ਼ਬਦ ਜਦੋਂ ਬੋਲਿਆ ਗਿਆ ਤੇ ਚਾਨਣ ਹੋ ਗਿਆ। ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਕਿ ਸ਼ਬਦੋ ਸ਼ਬਦੀ, ਸ਼ਬਦੋ ਧਰਤੀ, ਸ਼ਬਦੋ ਆਕਾਸ਼, ਸ਼ਬਦੋ ਸ਼ਬਦੀ ਹੋਇਆ ਪ੍ਰਕਾਸ਼। ਜਿਹੜਾ ਸ਼ਬਦ ਹੈ ਉਹ ਪ੍ਰਕਾਸ਼ ਦੇ ਰਾਹੀਂ, ਜਿਹੜਾ ਚਾਨਣ ਹੈ ਉਹ ਪ੍ਰਕਾਸ਼ ਦੇ ਰਾਹੀਂ ਹੋਇਆ। ਹਾਂਜੀ, ਪ੍ਰੇਜ਼ ਗॉड। ਯਹੋਨਾ, ਥੋੜਾ ਜਿਹਾ ਉਹਦੇ ਪਿੱਛੇ ਚੱਲੀਏ 5 ਚੈਪਟਰ ਦੇ ਵਿੱਚ। ਯਹੋਨਾ ਚੈਪਟਰ 5, ਇੱਕ ਹੋਰ ਬੜੀ ਤਗੜੀ ਗੱਲ ਲਿਖੀ ਹੋਈ ਹੈ ਚੈਪਟਰ 5। ਹਾਂਜੀ, ਉਹਦੀ 24 ਵਰਸ ਦੇ ਵਿੱਚ, ਚੈਪਟਰ 5 ਚ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ
ਕਿ ਜੋ ਮੇਰਾ ਵਚਨ ਸੁਣਦਾ ਅਤੇ ਉਸ ਦੀ ਪ੍ਰਤੀਤ ਕਰਦਾ ਹੈ, ਜਿਸ ਮੈਨੂੰ ਕੱਲਿਆ ਹੈ, ਸਦੀਪਤ ਜੀਵਨ ਉਸ ਦਾ ਹੱਥ ਹੈ। ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ। ਸੋ ਮੌਤ ਤੋਂ 5:24 ਹਾਂਜੀ ਕੋਲ ਜੂਨ ਵਿੱਚ ਜਾ ਪਹੁੰਚਿਆ ਹੈ। ਜੋ ਪ੍ਰਭੂ ਯਿਸੂ ਦਾ ਸ਼ਬਦ ਜਿਹੜਾ ਹੈ, ਜਿਸ ਵੇਲੇ ਉਹਦੀ ਸਮਝ ਦੇ ਵਿੱਚ ਆ ਜਾਂਦਾ ਹੈ, ਸ਼ਬਦ ਹੀ ਉਸ ਨੂੰ ਜਿਹੜਾ ਮੇਰਾ ਵਚਨ ਸੁਣਦਾ ਅਤੇ ਉਸਦੀ ਪ੍ਰਤੀਤ ਕਰਦਾ ਹੈ, ਔਰ ਜਿਸ ਮੈਨੂੰ ਕੱਲਿਆ ਸੰਦੀਪਤ ਜੀਵਨ ਦਾ ਹੈ ਅਤੇ ਉਸ ਦੇ ਉੱਤੇ ਸਜ਼ਾ ਦਾ ਹੁਕਮ ਨਹੀਂ। ਜਿਹੜਾ ਪਰਮੇਸ਼ਰ ਦਾ ਸ਼ਬਦ ਹੈ, ਉਸ ਦੇ ਰਾਹੀਂ ਹੀ ਚਾਨਣ ਹੁੰਦਾ ਹੈ। ਸੋ ਅਸੀਂ ਦੇਖਿਆ ਪਹਿਲੀ ਗੱਲ ਸੀਗੀ ਆਤਮਾ ਆਈ, ਫਿਰ ਸ਼ਬਦ ਆਇਆ ਤੇ ਫਿਰ ਚਾਨਣ ਹੋ ਗਿਆ। ਅੱਛਾ, ਚਾਨਣ ਦਾ ਹੋਣ ਦਾ ਇਹ ਹੈ ਕਿ ਜਦੋਂ ਚਾਨਣ ਹੁੰਦਾ, ਜਦੋਂ ਰੌਸ਼ਨੀ ਹੁੰਦੀ ਆ, ਉੱਥੇ ਜੀਵਨ ਹੁੰਦਾ। ਤੁਸੀਂ ਕਦੀ ਦੇਖਿਆ ਵੀ ਜਿੱਥੇ ਛਾਂ ਬਹੁਤੀ ਹੋਵੇ, ਮੇਰੇ ਗਾਰਡਨ ਦੇ ਵਿੱਚ ਕੁਛ ਦਰਖਤ ਨੇ, ਫਰੂਟ ਟਰੀਜ਼, ਉਹਦੇ ਥੱਲੇ ਹੋਰ ਕੁਛ ਨਹੀਂ ਉੱਗਦਾ, ਕਿਉਂਕਿ ਉੱਥੇ ਛਾਂ ਰਹਿੰਦੀ ਆ, ਹਨੇਰਾ ਰਹਿੰਦਾ, ਸਨਲਾਈਟ ਉੱਥੇ ਪਹੁੰਚਦੀ ਨਹੀਂ। ਬਾਕੀ ਮੈਂ ਗਾਰਡਨ ਦੇ ਵਿੱਚ ਕਾਫੀ ਚੀਜ਼ਾਂ ਲਾਈਆਂ। ਪ੍ਰੇਜ਼ ਗॉड, ਹਾਲੇਲੂਇਆ। ਕੋਈ ਮੈਸੇਜ ਸੀਗਾ, ਮੈਨੂੰ ਪਤਾ ਨਹੀਂ ਲੱਗਾ ਕੀ ਮੈਸੇਜ ਸੀ। somebody was saying something. ਸੋ ਲਾਈਟ ਜਿਹੜੀ ਆ, ਉਸ ਦੇ ਰਾਹੀਂ ਚਾਨਣ ਹੁੰਦਾ। ਉਸ ਵਿੱਚ ਜੀਨ ਸੀ ਅਤੇ ਜੀਵਨ ਇਨਸਾਨਾਂ ਦਾ ਚਾਨਣ ਸੀਗਾ। ਇਹੋ ਹੀ ਜ਼ਿੰਦਗੀ ਜਿਹੜੀ ਸੀਗੀ, ਉਹ ਪਰਮੇਸ਼ਵਰ ਦੀ ਇਨਸਾਨਾਂ ਦਾ ਚਾਨਣ ਸੀ, ਜਿਹੜੀ ਕਿ ਪ੍ਰਭੂ ਯਿਸੂ ਦੇ ਰਾਹੀਂ ਆਈ। ਅੱਛਾ, ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਇਹ ਜਦੋਂ ਪ੍ਰਭੂ ਯਿਸੂ ਨੇ ਇਹ ਲੋਕਾਂ ਨੂੰ ਦਿਖਾ ਦਿੱਤਾ ਕਿ ਜੀਵਨ ਦਾ ਚਾਨਣ ਉਹੋ ਹੀ ਆ, ਸੋ ਉਸ ਵੇਲੇ ਇਹ ਪਵਿੱਤਰ ਆਤਮਾ ਜਿਹੜਾ ਹੈ, ਉਹ ਲੋਕਾਂ ਨੂੰ ਇਹ ਇਨਕਰੇਜ ਕਰਦਾ ਹੈ ਕਿ ਉਸ ਨੂੰ ਜਾਣਨ ਔਰ ਉਹਦੇ ਪਿੱਛੇ ਚੱਲਣ। ਔਰ ਇਹ ਸਭ ਤੋਂ ਗੱਲ ਜਿਹੜੀ ਹੈ, ਇਹਦਾ ਨਿਸਤਾਰਾ ਜਿਹੜਾ ਹੈ, ਆਖਰ ਦੇ ਵਿੱਚ ਪ੍ਰਭੂ ਯਿਸੂ ਦੇ ਸੂਲੀ ਉੱਤੇ ਚੜ ਜਾਣ ਦੇ ਨਾਲ ਹੀ ਇਸ ਗੱਲ ਦਾ ਨਿਸਤਾਰਾ ਹੋਇਆ, ਇਸ ਗੱਲ ਤੋਂ ਪਹੁੰਚਿਆ ਗਿਆ। ਔਰ ਉਹਦੇ ਮਰ ਕੇ ਦਫਨਾ ਦਿੱਤੇ ਜਾਣ ਨਾਲ, ਮੁੜ ਕੇ ਜੀ ਉੱਠਣ ਦੇ ਨਾਲ ਹੀ ਸਾਰਾ ਹਨੇਰਾ ਜਿਹੜਾ ਸੀ ਦੂਰ ਹੋ ਗਿਆ, ਔਰ ਉਸਨੇ ਹਨੇਰੇ ਦੇ ਉੱਤੇ ਕਾਬੂ ਪਾ ਲਿਆ। ਅੱਛਾ, ਹੁਣ ਵਾਪਸ ਚੱਲੀਏ ਆਪਣੀ ਕਹਾਣੀ ਦੇ ਵਿੱਚ ਕਿ ਹੋਇਆ ਕੀ, ਕਿ ਜਿਸ ਵੇਲੇ ਉਹ ਅੰਨੇ ਦੀਆਂ ਅੱਖਾਂ ਖੋਲ ਦਿੱਤੀਆਂ ਗਈਆਂ, ਤਾਂ ਫਿਰ ਲੋਕੀ ਉਹਨੂੰ ਪੁੱਛਣ ਲੱਗ ਪਏ ਵੀ ਇਹ ਗੱਲ ਕੀ ਹੈ, ਇਹ ਹੋਈ ਕਿਸ ਤਰ੍ਹਾਂ। ਉਹ ਇਹ ਇੱਕ ਬੜਾ ਵੱਡਾ ਆਤਮਿਕ ਧਾਰਮਿਕ ਗਿਆਨ ਹੈ, ਜਿਹੜਾ ਕਿ ਇਸ ਕਹਾਣੀ ਦੇ ਅੰਦਰ ਲੁਕਾ ਕੇ ਯਹੋਨਾ ਸਾਨੂੰ ਸੁਣਾ ਰਿਹਾ ਹੈ। ਅੱਛਾ ਮਹਾਰਾਜ, ਸਾਡੇ ਕਹਿੰਦੇ ਅਸੀਂ ਤਾਂ ਜਦ ਟਰਾਈ ਕਰਦੇ ਪਏ ਆ। ਮੈਂ ਸਗੋਂ ਬਲਜਿੰਦਰ, ਹੈਲੋ ਜੱਸੀ, ਆਪਣਾ ਫੋਨ ਬੰਦ ਕਰੋ। ਜੱਸੀ, ਕਲੋਜ਼ ਯੋਰ ਫੋਨ ਪਲੀਜ਼। ਹਾਂਜੀ, ਹਾਂ, ਸੌਰੀ। ਜਿਸ ਵੇਲੇ ਪ੍ਰਭੂ ਯਿਸੂ ਨੇ ਉਹਦੀਆਂ ਅੱਖਾਂ ਖੋਲ ਦਿੱਤੀਆਂ, ਤੇ ਲੋਕੀ ਬੜੇ ਪ੍ਰੋਬਲਮ ਦੇ ਵਿੱਚ ਪੈ ਗਏ। ਸਭ ਤੋਂ ਪਹਿਲੇ ਜਿਹੜੇ ਫਰੀਸੀ ਸਨ, ਉਹ ਲੋਕੀ, ਕਿਉਂਕਿ ਉਹ ਹਮੇਸ਼ਾ ਪ੍ਰਭੂ ਯਿਸੂ ਦੇ ਖਿਲਾਫ ਸੀਗੇ। ਉਹ ਐਸੇ ਲੋਕੀ ਸੀਗੇ ਕਿ ਜਿਹੜੇ ਚਾਹੁੰਦੇ ਸੀਗੇ ਵੀ ਹਨੇਰੇ ਨੂੰ ਜਿਹੜਾ ਹੈ ਚਾਨਣ ਉਹ ਓਵਰਟੇਕ ਕਰ ਲਵੇ, ਯਾਨੀ ਕਿ ਚਾਨਣ ਨੂੰ ਬੰਦ ਕਰ ਦਿੱਤਾ ਜਾਵੇ। ਸੋ ਇਸ ਲਈ ਉਹਨਾਂ ਨੇ ਇੱਕ ਮਸਲਾ ਸ਼ੁਰੂ ਕਰ ਦਿੱਤਾ। ਦੇਖੋ, ਲੋਕੀ ਇਸ ਗੱਲ ਦਾ ਧੰਨਵਾਦ ਨਹੀਂ ਕਰ ਰਹੇ ਕਿ ਇੱਕ ਅੰਨਾ ਬੰਦਾ ਠੀਕ ਹੋ ਗਿਆ। ਉਹਨਾਂ ਨੇ ਇੱਕ ਝਗੜਾ, ਇੱਕ ਲੜਾਈ, ਇੱਕ ਆਰਗੂਮੈਂਟ ਸ਼ੁਰੂ ਕਰ ਲਿਆ ਵੀ ਇਹ ਹੋਇਆ ਕਿਸ ਤਰ੍ਹਾਂ, ਇਹ ਅੱਖਾਂ ਖੋਲ ਕੇ ਨਹੀਂ ਦਿੱਤੀਆਂ। ਕੌਣ ਸੀ ਬੰਦਾ? ਉਹ ਬੰਦਾ ਪਰਮੇਸ਼ਵਰ ਸੀ, ਪਰਮੇਸ਼ਵਰ ਦਾ ਬੰਦਾ ਸੀਗਾ ਕਿ ਪਾਪੀ ਸੀਗਾ। ਪ੍ਰੇਜ਼ ਗॉड। ਸੋ ਅਸੀਂ ਦੇਖਦੇ ਹਾਂ ਵੀ ਜਿਹੜੇ ਉਸ ਸਮੇਂ ਦੇ ਜਿਹੜੇ ਧਰਮ ਦੇ ਠੇਕੇਦਾਰ ਸੀਗੇ, ਉਹਨਾਂ ਨੇ ਇੱਕ ਝਗੜਾ ਸ਼ੁਰੂ ਕਰ ਲਿਆ। ਉਹ ਉਹਨੂੰ ਪੁੱਛਣ ਲੱਗੇ, ਅੰਨੇ ਬੰਦੇ ਨੂੰ, ਭਈ ਤੇਰੀਆਂ ਅੱਖਾਂ ਠੀਕ ਕਿੰਨੇ ਕੀਤੀਆਂ? 13ਵੀਂ ਆਇਤ ਦੇ ਵਿੱਚ ਚੱਲੀਏ, 9 ਚੈਪਟਰ ਦੀ 13ਵੀਂ। ਉਹ ਉਸ ਨੂੰ ਜਿਹੜਾ ਅੱਗੇ ਅੰਨਾ ਸੀ, ਫਰੀਸੀ ਕੋਲ ਲਿਆਏ, ਅਤੇ ਉਸ ਦਿਨ ਉਹ ਯਿਸੂ ਨੇ
ਇਹ ਤਾਂ ਜ਼ਿਕਰ ਹੈ ਕਿ ਯਿਸੂ ਨੇ ਮਿੱਟੀ ਲਾ ਕੇ ਉਹਨੂੰ ਚੰਗਾ ਕੀਤਾ ਸੀ। ਫਿਰ ਉਹ ਝਗੜਾ ਜਿਹੜਾ ਸੀਗਾ ਉਹ ਇਹ ਸੀਗਾ ਕਿਉਂਕਿ ਇਹ ਇੱਕ ਸਬਤ ਦਾ ਦਿਨ ਸੀ ਜਿੱਦਣ ਕੋਈ ਬੰਦਾ ਕੋਈ ਕੰਮ ਨਹੀਂ ਸੀ ਕਰਦਾ, ਯਾਨੀ ਕਿ ਮੂਸਾ ਦੇ ਅਸੂਲ ਦੇ ਮੁਤਾਬਕ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਬੰਦਾ ਇੱਕ ਸਬਤ ਵਾਲੇ ਦਿਨ ਅੰਨੇ ਬੰਦੇ ਦੀਆਂ ਅੱਖਾਂ ਠੀਕ ਕਰਦਾ ਉਹ ਬੰਦਾ ਧਾਰਮਿਕ ਨਹੀਂ ਹੋ ਸਕਦਾ, ਇਹ ਜ਼ਰੂਰ ਕੋਈ ਪਾਪੀ ਹੋਣਾ। ਤੇ ਉਹਨੂੰ ਪੁੱਛਣ ਲੱਗੇ ਵੀ ਤੇਰੀਆਂ ਅੱਖਾਂ ਕਿਹਨੇ ਠੀਕ ਕੀਤੀਆਂ? ਉਹ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿਹਨੇ ਠੀਕ ਕੀਤੀਆਂ, ਇੱਥੇ ਕੋਈ ਹੈ ਸੀਗਾ ਪਰਮੇਸ਼ਵਰ ਦਾ ਬੰਦਾ ਜਿਹਨੂੰ ਕਿ ਯਿਸੂ ਕਹਿੰਦੇ ਆ, ਉਹਨੇ ਮੈਨੂੰ ਠੀਕ ਕੀਤਾ। ਤੇ ਉਹ ਕਹਿੰਦਾ ਵੀ ਉਹਦੇ ਜ਼ਿਆਦਾ ਮੈਨੂੰ ਨਹੀਂ ਪਤਾ ਉਹਦਾ। ਖੈਰ ਉਹ ਯਿਸੂ ਨੂੰ ਬਲੇਮ ਕਰਨ ਲੱਗੇ ਕਿ ਉਹ ਬੰਦਾ ਪਰਮੇਸ਼ਵਰ ਵੱਲੋਂ ਨਹੀਂ ਹੋ ਸਕਦਾ, ਉਹ ਪਾਪੀ ਹੋ ਸਕਦਾ ਕਿਉਂਕਿ ਉਹ ਸਬਤ ਦਾ ਦਿਨ ਮਨਾ ਨਹੀਂ ਰਿਹਾ, ਸਬਤ ਦਾ ਦਿਨ ਉਹ ਪੂਰਾ ਨਹੀਂ ਕਰ ਰਿਹਾ। ਤੇ ਫਿਰ ਉਹਨਾਂ ਨੇ ਕੀਤਾ, ਉਹਦੇ ਮਾਂ ਪਿਓ ਨੂੰ ਪੁੱਛਣ ਲੱਗੇ ਵੀ ਇਹ ਤੁਹਾਡਾ ਪੁੱਤਰ ਹੈ, ਇਹ ਅੰਨਾ ਹੈ, ਇਹ ਠੀਕ ਹੋ ਗਿਆ, ਇਹ ਕਿਸ ਤਰ੍ਹਾਂ ਹੋ ਸਕਦੇ? ਉਹ ਕਹਿਣ ਲੱਗੇ ਵੀ ਸਾਨੂੰ ਨਹੀਂ ਪਤਾ, ਇਹ ਸਮਝਦਾਰ ਆ, ਅਡਲਟ ਆ, ਤੁਸੀਂ ਇਹਨੂੰ ਪੁੱਛ ਲਓ, ਇਹ ਕੋਈ ਬੱਚਾ ਤੇ ਨਹੀਂ ਨਾ ਵੀ ਜਿਹਨੂੰ ਨਹੀਂ ਪਤਾ। ਤੇ ਕੋਈ ਕਹਿਣ ਲੱਗੇ ਨਹੀਂ ਜੀ ਨਹੀਂ, ਇਹ ਉਹ ਅੰਨਾ ਨਹੀਂਗਾ, ਇਹ ਕੋਈ ਹੋਰ ਆ ਜਿਹੜਾ ਕਿ ਉਹਦੇ ਵਰਗਾ ਲੱਗਦਾ ਆ। ਇਸ ਲਈ ਉਹਨਾਂ ਨੇ ਉਸ ਨੂੰ ਕਿਹਾ ਫਿਰ ਤੇਰੀਆਂ ਅੱਖਾਂ ਕਿਸ ਤਰ੍ਹਾਂ ਖੁੱਲ ਗਈਆਂ? ਉਸ ਨੇ ਉੱਤਰ ਦਿੱਤਾ ਕਿ ਉਸ ਮਨੁੱਖ ਨੇ ਜਿਸ ਦਾ ਨਾਂ ਯਿਸੂ ਹੈ ਮਿੱਟੀ ਗੋ ਕੇ, ਉਹ ਦੱਸੀ ਜਾਂਦਾ, ਪਰ ਪੀਪਲ ਡੋਂਟ ਵਾਂਟ ਟੂ ਬਿਲੀਵ। ਸੀ ਅੱਜ ਵੀ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀ ਸੱਚਾਈ ਲੋਕਾਂ ਨੂੰ ਦੱਸੀ ਜਾਂਦੀ ਆ, ਪਰ ਪੀਪਲ ਡੋਂਟ ਵਾਂਟ ਟੂ ਬਿਲੀਵ, ਦੇ ਵਾਂਟ ਟੂ ਆਰਗਿਊ। ਮੈਂ ਸੋਚ ਰਿਹਾ ਸੀਗਾ, ਫਰਜ਼ ਕੀਤਾ ਮੇਰਾ ਕੋਈ ਰਿਸ਼ਤੇਦਾਰ ਜਾਂ ਭੈਣ ਭਰਾ ਫਿਜ਼ੀਕਲੀ ਅੰਨਾ ਹੋਵੇ ਤੇ ਮੈਂ ਤਾਂ ਧੰਨਵਾਦ ਹੀ ਕਰਾਂਗਾ ਕਿ ਅਗਰ ਉਹਨੂੰ ਜੋ ਕੋਈ ਠੀਕ ਕਰ ਦੇ, ਬਜਾਏ ਦੇ ਕਿ ਝਗੜਾ ਕਰਨ ਦੇ ਵੀ ਕੌਣ ਸੀਗਾ, ਕਿੱਥੋਂ ਆਇਆ, ਕਿਉਂ ਕੀਤਾ। ਬਹੁਤ ਸਾਰੇ ਅੱਜ ਵੀ ਅੱਛੇ ਕੰਮ ਕੀਤੇ ਜਾਂਦੇ ਨੇ, ਲੇਕਿਨ ਲੋਕੀ ਜਿਹੜੇ ਆ, ਜਿਸ ਤਰ੍ਹਾਂ ਕਿ 18ਵੀਂ ਵਰਸ ਤੇ ਲਿਖਿਆ, ਪਰ ਯਹੂਦੀਆਂ ਨੇ ਇਸ ਗੱਲ ਸੱਤ ਨਾ ਮੰਨੀ ਜੋ ਅੰਨਾ ਸੀ ਅਤੇ ਸਜਾਖਾ ਹੋ ਗਿਆ, ਜਿੰਨਾ ਚਿਰ ਉਸ ਸੁਜਾਖੇ ਹੋਏ ਮਾਪਿਆਂ ਨੂੰ ਨਾ ਸੱਦਿਆ। ਉਹ ਕੰਪਲੈਕਸ ਕਰੀ ਜਾ ਰਿਹਾ, ਗੱਲ ਨੂੰ ਵਧਾਈ ਚਲੇ ਜਾ ਰਿਹਾ। ਲੇਕਿਨ ਹੁਣ ਜਿਹੜਾ ਅੰਨਾ ਆ, ਜਿਹੜਾ ਬੰਦਾ ਠੀਕ ਹੋਇਆ, ਉਹ ਵੀ ਕਾਫੀ ਪੱਕਾ ਹੋ ਚੁੱਕਿਆ, ਉਹ ਵੀ ਗਵਾਹੀ ਦੇਣ ਲਈ ਤਿਆਰ ਆ, ਉਹ ਦਲੇਰ ਹੁੰਦਾ ਜਾ ਰਿਹਾ। ਇੱਥੋਂ ਤੱਕ ਇਹ ਵੀ ਲਿਖਿਆ ਹੋਇਆ 9 ਚੈਪਟਰ ਦੀ 22 ਵਰਸਿਸ, ਉਸਨੇ ਮਾਪਿਆਂ ਨੇ ਯਹੂਦੀਆਂ ਦੇ ਡਰ ਦੇ ਮਾਰੇ ਇਹ ਗੱਲ ਕਹਿਣੋਂ ਕਿ ਯਹੂਦੀਆਂ ਨੇ ਏਕਾ ਕਰ ਲਿਆ ਕਿ ਜੋ ਕੋਈ ਉਸ ਨੂੰ ਮਸੀਹ ਕਰਕੇ ਮੰਨ ਲਵੇ ਤਾਂ ਉਹ ਸਮਾਜ ਵਿੱਚੋਂ ਛੇਕਿਆ ਜਾਏਗਾ। ਅੱਜ ਵੀ ਸਾਡੇ ਚਰਚ ਦੇ ਵਿੱਚ ਵੀ, ਔਰ ਵੈਸੇ ਵੀ ਮੇਰਾ ਤਜਰਬਾ ਆ ਕਿ ਬਹੁਤ ਸਾਰੇ ਲੋਕੀ ਪ੍ਰਭੂ ਯਿਸੂ ਨੂੰ ਜਾਣਦੇ ਨੇ ਕਿ ਉਹਦੇ ਵਿੱਚ ਜ਼ਿੰਦਗੀ ਆ, ਉਹ ਚਾਨਣ ਆ, ਉਹ ਅੰਨਿਆਂ ਦੀਆਂ ਅੱਖਾਂ ਖੋਲ ਸਕਦਾ, ਠੀਕ ਕਰ ਸਕਦਾ। ਲੇਕਿਨ ਹੁੰਦਾ ਕੀ ਆ ਕਿ ਉਹਨੂੰ ਸਮਾਜ ਵਿੱਚੋਂ ਛੇਕਿਆ ਜਾਵੇਗਾ। ਲੋਕੀ ਇਸ ਕਰਕੇ ਨਹੀਂ ਪ੍ਰਭੂ ਯਿਸੂ ਦੇ ਪਿੱਛੇ ਆ ਰਹੇ ਕਿ ਲੋਕੀ ਕੀ ਕਹਿਣਗੇ, ਸਾਡੇ ਰਿਸ਼ਤੇਦਾਰ ਕੀ ਕਹਿਣਗੇ। ਇੱਥੋਂ ਤੱਕ ਕਿ ਪੰਜਾਬ ਵਿੱਚ ਅਕਸਰ ਇਹ ਰਿਵਾਜ ਆ ਕਿ ਇਹ ਤੇਰੀ ਜਿਹੜੇ ਕ੍ਰਿਸਚਨ ਆ, ਇਹ ਮਾੜੀ ਜਾਤੀ ਦੇ ਲੋਕੀ ਆ, ਨੀਵੇਂ ਲੋਕੀ ਆ। ਸਾਡੇ ਚਰਚ ਦੇ ਵਿੱਚ ਇੱਕ ਭੈਣ ਜੀ ਆ ਜਿਹੜੀ ਕਿ ਸਿੰਘਾਂ ਦੇ ਵਿੱਚੋਂ ਕ੍ਰਿਸਚਨ ਹੋ ਗਈ ਦੀ ਆ, ਤੇ ਉਹਨੂੰ ਉਹਦੇ ਰਿਸ਼ਤੇਦਾਰ ਕਹਿਣ ਲੱਗੇ ਵੀ ਤੂੰ ਮਾੜੀ ਜਾਤੀ ਦੀ ਬਣ ਗਈ ਆ, ਤੂੰ ਚੂੜੀ ਹੋ ਗਈ ਆ, ਇਹ ਹੈ ਉਹ ਹੈ। ਉਹ ਕਹਿੰਦੀ ਵੀ ਚਲੋ ਠੀਕ ਆ, ਹੋ ਗਈਆਂ, ਪਰ ਮੈਂ ਸਵਰਗ 'ਚ ਤੇ ਜਾਣਾ ਨਾ, ਤੇ ਜੇ ਚੂੜੇ ਹੋ ਕੇ ਸਵਰਗ 'ਚ ਚਲੇ ਗਏ ਤਾਂ ਕੋਈ ਹਰਜ ਨਹੀਂਗਾ। ਸੋ ਸਮਾਜ ਦਾ ਡਰ ਜਿਹੜਾ ਹੈ ਉਹ ਬਹੁਤ ਮੁਸ਼ਕਲ ਹੈ, ਔਰ ਬਹੁਤ ਸਾਰੇ ਲੋਕੀ ਇਸ ਗੱਲੋਂ ਡਰਦੇ ਰਹਿੰਦੇ ਨੇ ਕਿ ਸਾਨੂੰ ਕੱਢ ਦਿੱਤਾ ਜਾਏਗਾ। ਉਹ ਬੰਦੇ ਨੂੰ ਫਿਰ ਧੂਈ ਫਿਰਦੇ ਨੇ 24 ਆਦ ਦੇ ਵਿੱਚ। ਫਿਰ ਅਸੀਂ ਦੇਖਦੇ ਹਾਂ ਕਿ ਤੁਰੰਤ ਉਹਨਾਂ ਨੇ ਉਸ ਮਨੁੱਖ ਨੂੰ ਜਿਹੜਾ ਅੰਨਾ ਸੀ ਦੂਜੀ ਵਾਰ ਸੱਦਿਆ ਅਤੇ ਉਸ ਨੂੰ ਆਖਿਆ ਕਿ ਪਰਮੇਸ਼ਰ ਦੀ ਵਡਿਆਈ ਕਰ, ਅਸੀਂ ਜਾਣਦੇ ਹਾਂ। ਅੱਛਾ, ਹੁਣ ਉਹ ਦੇਖੋ ਇਹ ਕਹਿਣਾ ਚਾਹੁੰਦੇ ਨੇ ਕਿ ਪ੍ਰਭੂ ਯਿਸੂ ਪਰਮੇਸ਼ਵਰ ਨਹੀਂ ਹੈ, ਤੇਰੀਆਂ ਅੱਖਾਂ ਪਰਮੇਸ਼ਵਰ ਨੇ ਠੀਕ ਕੀਤੀਆਂ, ਤੂੰ ਉਹਦੀ ਵਡਿਆਈ ਕਰ, ਫੋਰਗੇਟ ਅਬਾਊਟ ਜੀਸਸ। ਹਾਂਜੀ, ਇਹ ਵੀ ਇੱਕ ਮੈਂ ਦੇਖਿਆ ਮਸਲਾ ਕਿ ਬਹੁਤ ਸਾਰੇ ਲੋਕੀ ਪ੍ਰਭੂ ਯਿਸੂ ਨੂੰ ਮੰਨਣਾ ਨਹੀਂ ਚਾਹੁੰਦੇ,
ਉਹਦੇ ਨਾਲ ਗੱਲ ਕਰੋ। ਹਾਂਜੀ ਹਾਂਜੀ ਪਰਮੇਸ਼ਵਰ ਹੈ ਜੀ, ਉਹ ਠੀਕ ਹੈ ਜੀ, ਸਭ ਕੁਝ ਪਰਮੇਸ਼ਵਰ ਹੀ ਹੈ, ਲੇਕਿਨ ਯੂ ਹੈਵ ਟੂ ਕਨਫੈਸ ਦੈਟ ਜੀਸਸ ਇਜ਼ ਦ ਲਾਰਡ। ਤੁਸੀਂ ਗੱਲ ਗੋਲ ਮੋੜ ਨਹੀਂ ਕਰ ਸਕਦੇ। ਇਹ ਯਹੂਦੀ ਨੂੰ ਮਜਬੂਰ ਕਰ ਰਹੇ ਨੇ ਕਿ ਤੂੰ ਪਰਮੇਸ਼ਵਰ ਦੀ ਮਹਿਮਾ ਕਰ, ਛੱਡ ਪਰੇ ਯਿਸੂ ਦੀ ਗੱਲ ਛੱਡ ਤੂੰ, ਲੇਕਿਨ ਪ੍ਰਭੂ ਯਿਸੂ ਹੀ ਜੀਵਨ ਹੈ, ਉਹੀ ਚਾਨਣ ਹੈ, ਔਰ ਉਹਨੇ ਹੀ ਅੱਖਾਂ ਠੀਕ ਕੀਤੀਆਂ। ਸੋ ਜ਼ਰੂਰੀ ਹੈ ਕਿ ਪ੍ਰਭੂ ਯਿਸੂ ਦੀ ਵਡਿਆਈ ਕੀਤੀ ਜਾਏ, ਉਹਦਾ ਕਨਫੈਸ਼ਨ ਕੀਤਾ ਜਾਏ। ਫਿਰ ਅਸੀਂ ਮੁੜਦੇ ਹਾਂ 25 ਆਇਤ ਦੇ ਵਿੱਚ, ਜੋ ਉਸ ਮਨੁੱਖ ਪਾਪੀ ਹੈ ਤਾਂ ਉਹ ਉੱਤਰ ਦਿੱਤਾ ਕਿ ਉਹ ਪਾਪੀ ਹੈ ਕਿ ਨਹੀਂ, ਮੈਂ ਨਹੀਂ ਜਾਣਦਾ, ਇਹ ਗੱਲ ਮੈਂ ਜਾਣਦਾ ਹਾਂ ਕਿ ਜੋ ਅੰਨਾ ਸੀ ਹੁਣ ਦੇਖਦਾ ਹੈ। ਹਾਲੇਲੂਇਆ। I was lost and now I'm found। ਮੈਂ ਅੰਨਾ ਸੀ ਤੇ ਹੁਣ ਮੈਂ ਸਜਾਖਾ ਆ। ਕਹਿੰਦਾ ਇੱਕੋ ਗੱਲ ਮੈਨੂੰ ਪਤਾ ਆ, ਕੋਈ ਆਰਗੂਮੈਂਟ ਕਰਨ ਦੀ ਲੋੜ ਨਹੀਂ, ਕੋਈ ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ। ਤੁਹਾਡੀ ਗਵਾਹੀ ਇਹੋ ਹੀ ਹੋਣੀ ਚਾਹੀਦੀ ਆ ਕਿ ਮੈਂ ਅੰਨਾ ਸੀ, ਪਹਿਲੇ ਮੈਨੂੰ ਦਿਸਦਾ ਨਹੀਂ ਸੀ, ਮੈਂ ਹਨੇਰੇ 'ਚ ਸੀ, ਮੇਰਾ ਜੀਵਨ ਮੇਰੇ ਕੋਲ ਨਹੀਂ ਸੀਗਾ, ਮੈਂ ਮੁਰਦਾ ਸੀ ਆਪਣੇ ਪਾਪਾਂ ਦੇ ਵਿੱਚ। ਹੁਣ ਪ੍ਰਭੂ ਯਿਸੂ ਦੀ ਜ਼ਿੰਦਗੀ ਦੇ ਨਾਲ, ਉਹਦੇ ਚਾਨਣ ਦੇ ਨਾਲ ਮੈਨੂੰ ਜ਼ਿੰਦਗੀ ਮਿਲੀ ਆ ਤੇ ਹੁਣ ਮੈਂ ਦੇਖਦਾ ਹਾਂ। ਇਹ ਤੋਂ ਜ਼ਿਆਦਾ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗਵਾਹੀ ਦੱਸਣਾ ਚਾਹੁੰਦਾ, ਮੇਰਾ ਸ਼ਾਇਦ ਪਹਿਲੇ ਵੀ ਦੱਸੀ ਹੋਏ। ਇੱਕ ਵਾਰੀ ਇੱਕ ਆਪਣੀ ਮਾਂ, ਆਪਣੀ ਨਾਨੀ ਨੂੰ ਲੈ ਕੇ ਆਇਆ ਬੰਦਾ, ਉਹ 80 ਤੇ 87 ਸਾਲ ਦੀ ਸੀ। ਉਹ ਚਰਚ ਦੇ ਵਿੱਚ ਆਈ, ਕਹਿਣ ਲੱਗੀ ਕਿ ਮੈਂ ਬਪਤਿਸਮਾ ਲੈਣਾ ਹੈ। ਤੇ ਅਸੀਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਮਾਤਾ ਜੀ ਮੈਂ ਤੁਹਾਡੇ ਨਾਲ ਘਰ ਆ ਕੇ ਗੱਲ ਕਰਾਂਗਾ। ਤੇ ਜਿਸ ਵੇਲੇ ਉਹਦੇ ਘਰ ਗਿਆ ਤੇ ਮੈਂ ਕਿਹਾ ਵੀ ਤੁਹਾਨੂੰ ਕਿਉਂ ਬਪਤਿਸਮਾ ਲੈਣਾ, ਉਹ ਕਹਿੰਦੀ ਵੀ ਮੈਨੂੰ ਨਹੀਂ ਪਤਾ ਬਹੁਤੀ ਗੱਲ ਨਾ, ਮੈਂ ਪੜ੍ਹੀ ਲਿਖੀ ਆ, 87 ਈਅਰ, ਬਈ ਇੱਕੋ ਗੱਲ ਮੈਂ ਜਾਣਨੀ ਹੈ ਕਿ ਪ੍ਰਭੂ ਯਿਸੂ ਪਰਮੇਸ਼ਵਰ ਦਾ ਪੁੱਤਰ ਸੀ ਔਰ ਉਹ ਮੇਰੇ ਪਾਪਾਂ ਦੇ ਵਾਸਤੇ ਸੂਲੀ ਚੜਿਆ। ਮੈਂ ਕਿਹਾ ਇੰਨੀ ਗੱਲ ਕਾਫੀ ਹੈ, ਬਹੁਤੀ ਬਾਈਬਲ ਜਾਂ ਬਹੁਤੀ ਥਿਓਲੋਜੀ ਜਾਣਨ ਦੀ ਲੋੜ ਨਹੀਂ। ਹੁਣ ਇਹ ਬੰਦਾ ਵੀ ਇਹੋ ਕਹਿ ਰਿਹਾ ਕਿ ਮੈਂ ਜਾਣਦਾ ਸੀ ਕਿ ਮੈਂ ਅੰਨਾ ਸੀ, ਹੁਣ ਦੇਖਦਾ ਹਾਂ। ਸੋ ਅੱਜ ਦੀ ਜਿਹੜੀ ਗੱਲ ਹੈ ਉਹ ਇਹੋ ਹੀ ਹੈ ਕਿ ਕੀ ਤੁਹਾਡੀ ਗਵਾਹੀ ਹੈ, ਕੀ ਤੁਹਾਡਾ ਪ੍ਰਚਾਰ ਆ। ਜਿਹੜੇ ਫਰੀਸੀ ਸੀ ਉਸ ਵਕਤ ਦੇ, ਉਹ ਮੂਸਾ ਦੇ ਸ਼ਾਗਿਰਦ ਸਨ, ਉਹ ਮੂਸਾ ਨੂੰ ਜਾਣਦੇ ਸੀ, ਲੇਕਿਨ ਇਹ ਅੰਨਾ ਬੰਦਾ ਪ੍ਰਭੂ ਯਿਸੂ ਦਾ ਚੇਲਾ ਬਣ ਗਿਆ। ਪ੍ਰਭੂ ਯਿਸੂ ਦੀ ਗਵਾਹੀ ਦੇ ਰਿਹਾ। ਜਿਹੜੇ ਮੂਸਾ ਦੇ ਚੇਲੇ ਸਨ, ਮੂਸਾ ਨੂੰ ਜਾਣਦੇ ਸੀਗੇ, ਉਹ ਹੋਰ ਗੱਲ ਕਰ ਰਹੇ ਨੇ, ਉਹ ਲੜਾਈ ਝਗੜਾ ਕਰ ਰਹੇ ਨੇ, ਆਰਗੂਮੈਂਟ ਕਰ ਰਹੇ ਨੇ। ਲੇਕਿਨ ਹੁਣ ਜਿਹੜਾ ਅੰਨਾ ਬੰਦਾ ਆ, ਉਹ ਦਲੇਰ ਹੁੰਦਾ ਜਾਂਦਾ, ਆਪਣੀ ਗਵਾਹੀ ਦਿੰਦਾ ਜਾਣਾ ਚਾਹੁੰਦਾ। ਉਹ ਦੇਖੋ ਬੜੀ ਅੱਛੀ ਗੱਲ ਆ, 31 ਵਰਸ ਦੇ ਵਿੱਚ ਕਹਿੰਦਾ ਕਿ ਅਸੀਂ ਤਾਂ ਜਾਣਦੇ ਹਾਂ ਸੋ ਪਰਮੇਸ਼ਵਰ ਪਾਪੀਆਂ ਦੀ ਨਹੀਂ ਸੁਣਦਾ। ਉਹਨੇ ਕਿਹਾ ਵੀ ਸੁਣ ਲਓ ਧਿਆਨ ਨਾਲ, ਜੇ ਪ੍ਰਭੂ ਯਿਸੂ ਨੇ ਮੇਰੀਆਂ ਅੱਖਾਂ ਠੀਕ ਕੀਤੀਆਂ ਤੇ ਤੁਸੀਂ ਕਹਿੰਦੇ ਹੋ ਕਿ ਉਹ ਪਾਪੀ ਆ, ਤੇ ਹੁਣ ਉਹਨੇ ਇੱਕ ਗੱਲ ਬੜੀ ਦਲੇਰੀ ਦੇ ਨਾਲ ਕਹਿਤੀ 31 ਵਰਸ ਦੇ ਵਿੱਚ, ਸੁਣ ਲਓ, ਅਸੀਂ ਤਾਂ ਜਾਣਦੇ ਹਾਂ ਜੋ ਪਰਮੇਸ਼ਵਰ ਪਾਪੀਆਂ ਦੀ ਨਹੀਂ ਸੁਣਦਾ, ਪਰ ਜੇ ਕੋਈ ਪਰਮੇਸ਼ਵਰ ਦਾ ਭਗਤ ਹੋਵੇ ਅਤੇ ਉਸ ਦੀ ਮਰਜ਼ੀ ਉੱਤੇ ਚੱਲਦਾ ਹੋਵੇ ਤਾਂ ਉਹ ਉਸ ਦੀ ਸੁਣਦਾ ਹੈ। ਸਿਰਫ ਉਹੀ ਬੰਦਾ ਜਿਹੜਾ ਪਰਮੇਸ਼ਵਰ ਦਾ ਭਗਤ ਹੈ, ਜਿਹੜਾ ਪਰਮੇਸ਼ਵਰ ਦੀ ਮਰਜ਼ੀ ਦੇ ਉੱਤੇ ਚੱਲਦਾ ਹੈ, ਸਿਰਫ ਉਹੀ ਕਿਸੇ ਅੰਨੇ ਦੀਆਂ ਅੱਖਾਂ ਖੋਲ ਸਕਦਾ ਹੈ, ਨਹੀਂ ਤੇ ਕਿਸੇ ਹੋਰ ਦੇ ਕੋਲ ਕੋਈ ਸ਼ਕਤੀ, ਕੋਈ ਤਾਕਤ ਨਹੀਂ ਹੈ। ਔਰ ਨਾ ਹੀ ਪ੍ਰਭੂ ਚਾਹੁੰਦਾ ਹੈ ਕਿ ਕੋਈ ਐਸੇ ਲੋਕੀ ਹੋਣ ਜਿਹੜੇ ਕਿ ਸਿਰਫ ਕੋਈ ਡਰਾਮਾ ਹੀ ਕਰਦੇ ਰਹਿਣ ਜਾਂ ਇਹੋ ਜਿਹੀ ਗੱਲਬਾਤ ਕਰਦੇ ਰਹਿਣ ਜਿਹੜੀ ਸੱਚਾਈ ਨਾ ਹੋਵੇ। ਅੱਗੇ ਹੁਣ ਅਸੀਂ ਚੱਲਦੇ ਹਾਂ 35 ਵਰਸ ਦੇ ਵਿੱਚ। ਪ੍ਰਭੂ ਯਿਸੂ ਨੇ ਸੁਣਿਆ ਜੋ ਉਹਨਾਂ ਉਸ ਨੂੰ ਛੇਕ ਦਿੱਤਾ ਅਤੇ ਉਸ ਨੂੰ ਲੱਭ ਕੇ ਆਖਿਆ, ਕੀ ਤੂੰ ਪਰਮੇਸ਼ਵਰ ਦੇ ਪੁੱਤਰ ਉਤੇ ਵਿਸ਼ਵਾਸ ਕਰਦਾ ਹੈ? ਫਿਰ ਪ੍ਰਭੂ ਯਿਸੂ ਆ ਗਿਆ ਉਹਦੀ ਹੈਲਪ ਦੇ ਵਾਸਤੇ। ਦੇਖੋ ਜਦੋਂ ਅੰਨਾ ਮੁਸ਼ਕਲ ਦੇ ਵਿੱਚ ਸੀਗਾ, ਜਿਸ ਨੂੰ ਪ੍ਰਭੂ ਨੇ ਚੰਗਿਆ ਕੀਤਾ, ਤੇ ਪ੍ਰਭੂ ਯਿਸੂ ਉਸ ਦੀ ਹੈਲਪ ਦੇ ਵਾਸਤੇ ਆ ਗਿਆ। ਹੁਣ ਪ੍ਰਭੂ ਯਿਸੂ ਉਹਨੂੰ ਆਪਣੇ ਦਰਸ਼ਨ ਦੇ ਰਿਹਾ। ਤੁਸੀਂ ਪ੍ਰਭੂ ਯਿਸੂ ਨੂੰ ਮੰਨੋਗੇ, ਤੁਹਾਡੀਆਂ ਅੱਖਾਂ ਖੁੱਲਣਗੀਆਂ, ਪ੍ਰਭੂ ਯਿਸੂ ਤੁਹਾਨੂੰ ਦਰਸ਼ਨ ਦੇਗਾ। ਯਿਸੂ ਨੇ ਉਸ ਨੂੰ ਆਖਿਆ, ਤੂੰ ਉਸ ਨੂੰ ਵੇਖਿਆ ਹੈ? 36 ਵਰਸ ਦੇ ਵਿੱਚ ਉਸ ਨੇ ਉੱਤਰ ਦਿੱਤਾ, ਪ੍ਰਭੂ ਜੀ ਉਹ ਕੌਣ ਹੈ ਜੋ ਮੈਂ ਉਸ ਉੱਤੇ ਨਿਸ਼ਚਾ ਕਰਾਂ? ਪ੍ਰਭੂ ਯਿਸੂ ਨੇ ਕਿਹਾ ਕਿ ਤੂੰ ਮੇਰੇ ਤੇ। ਹੁਣ ਪ੍ਰਭੂ ਯਿਸੂ ਨੂੰ ਦਰਸ਼ਨ ਦੇ ਰਿਹਾ। ਯਿਸੂ ਨੇ ਉਸ ਨੂੰ ਆਖਿਆ,
ਤੂੰ ਉਸ ਨੂੰ ਵੇਖਿਆ ਸੀ ਅਤੇ ਨਾਲੇ ਉਸ ਤੇਰੇ ਸੰਗ ਗੱਲਾਂ ਕਰਦਾ ਹੈ। ਤਾਂ ਉਹ ਬੋਲਿਆ, ਪ੍ਰਭੂ ਜੀ, ਮੈਂ ਨਿਸ਼ਚਾ ਕਰਦਾ ਹਾਂ, ਅਤੇ ਉਸ ਨੂੰ ਮੱਥਾ ਟੇਕਿਆ। ਜਦੋਂ ਸਾਰੀ ਸੱਚਾਈ ਉਹਦੇ ਸਾਹਮਣੇ ਆ ਗਈ, ਉਹਨੇ ਕਿਹਾ, ਮੈਂ ਨਿਸ਼ਚਾ ਕਰਦਾ ਹਾਂ। ਫਿਰ ਤੁਸੀਂ ਪ੍ਰਭੂ ਦੀ ਕਰਦੇ ਹੋ, ਵਡਿਆਈ ਕਰਦੇ ਹੋ, ਉਹਦੀ ਮਹਿਮਾ ਕਰਦੇ ਹੋ। ਮੱਥਾ ਟੇਕਿਆ ਪੰਜਾਬੀ ਦੇ ਵਿੱਚ ਲਿਖਿਆ ਹੀ ਵਰਸ਼ਿਪ ਸੀ। ਜਿਸ ਵੇਲੇ ਸੱਚਾਈ ਪਤਾ ਲੱਗ ਜਾਂਦੀ ਹੈ, ਪ੍ਰਭੂ ਯਿਸੂ ਚਾਨਣ ਆ, ਪ੍ਰਭੂ ਯਿਸੂ ਅੱਖਾਂ ਨੂੰ ਖੋਲ ਸਕਦਾ, ਤੁਸੀਂ ਉਹਨੂੰ ਆਪਣਾ ਪਰਮੇਸ਼ਵਰ ਮੰਨ ਲੈਂਦੇ ਹੋ, ਉਹਦੀ ਵਡਿਆਈ, ਉਹਦੀ ਮਹਿਮਾ ਕਰਦੇ ਹੋ। ਔਰ ਫੇਰ ਕੀ ਕਰਦੇ ਹੋ? ਤੁਸੀਂ ਉਹਦੇ ਅੱਗੇ ਮੱਥਾ ਟੇਕਦੇ ਹੋ। ਯਿਸੂ ਨੇ ਆਖਿਆ, ਮੈਂ ਨਿਆਂ ਲਈ ਇਸ ਜਗਤ ਵਿੱਚ ਆਇਆ ਕਿ ਜਿਹੜੇ ਨਹੀਂ ਵੇਖਦੇ ਹਨ ਉਹ ਵੇਖਣ, ਅਤੇ ਜਿਹੜੇ ਦੇਖਦੇ ਹਨ ਉਹ ਅੰਨੇ ਹੋ ਜਾਣ। ਹਾਂਜੀ, ਇਹ ਬੜੀ ਇੱਕ ਕੰਪਲੈਕਸ ਗੱਲ ਆ, ਲੇਕਿਨ ਪ੍ਰਭੂ ਯਿਸੂ ਨੇ ਕਿਹਾ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਪਤਾ ਦੇਣ ਵਾਸਤੇ ਆਇਆ। ਜਿਹੜੇ ਹਨੇਰੇ ਦੇ ਵਿੱਚ ਉਹਨਾਂ ਨੂੰ ਚਾਨਣ ਦੇ ਵਿੱਚ ਲੈ ਕੇ ਆਇਆ। ਲੇਕਿਨ ਉਹ ਲੋਕੀ ਜਿਹੜੇ ਸਮਝਦੇ ਨੇ ਕਿ ਅਸੀਂ ਚਾਨਣ ਦੇ ਵਿੱਚ ਆ, ਆਪਣੇ ਆਪ ਨੂੰ ਉਹ ਸਮਝਦੇ ਨੇ ਕਿ ਸਾਨੂੰ ਜਿਸ ਤਰ੍ਹਾਂ ਕਿ ਇਹ ਫਰੀਸੀ ਸਨ, ਉਹਨਾਂ ਦੇ ਵਾਸਤੇ ਮੁਸ਼ਕਲ ਹੈ। ਪ੍ਰਭੂ ਯਿਸੂ ਨੇ ਕਿਹਾ ਕਿ ਉਹਨਾਂ ਨੂੰ ਮੈਂ ਇਹ ਦਿਖਾਉਣ ਵਾਸਤੇ ਆਇਆ ਕਿ ਉਹ ਐਕਚੁਅਲੀ ਅੰਨੇ ਨੇ। ਫਰੀਸੀਆਂ ਵਿੱਚੋਂ ਉਹਨਾਂ ਨੇ ਜੋ ਉਸ ਦੇ ਨਾਲ ਸਨ, ਇੱਕ ਗੱਲਾਂ ਸੁਣੀਆਂ ਤੇ ਉਸ ਨੂੰ ਆਖਿਆ, ਭਲਾ ਅਸੀਂ ਵੀ ਅੰਨੇ ਹਾਂ? ਯਿਸੂ ਨੇ ਉਹਨਾਂ ਨੂੰ ਆਖਿਆ, ਜੇ ਤੁਸੀਂ ਅੰਨੇ ਹੁੰਦੇ ਤਾਂ ਤੁਹਾਡਾ ਪਾਪ ਦਾ ਹੁੰਦਾ, ਪਰ ਹੁਣ ਤੋਂ ਤੁਸੀਂ ਆਖਦੇ ਹੋ ਕਿ ਅਸੀਂ ਵੇਖਦੇ ਹਾਂ, ਇਸ ਲਈ ਤੁਹਾਡਾ ਪਾਪ ਬਣਿਆ ਰਹੇਗਾ। ਜਿਹੜੇ ਪ੍ਰਭੂ ਨੂੰ ਨਹੀਂ ਮੰਨਦੇ, ਨਹੀਂ ਜਾਣਦੇ, ਉਹਨਾਂ ਦਾ ਪਾਪ ਜਿਹੜਾ ਹੈ ਉਹ ਉਹਨਾਂ ਦੇ ਉੱਤੇ ਬਣਿਆ ਰਹੇਗਾ। ਸੋ ਗੱਲ ਨੂੰ ਖਤਮ ਕਰਦੇ ਹੋਏ ਮੈਂ ਇਹ ਕਹਿਣਾ ਚਾਹੁੰਦਾ ਕਿ ਜ਼ਰੂਰੀ ਹੈ ਕਿ ਪ੍ਰਭੂ ਯਿਸੂ ਨੂੰ ਅਸੀਂ ਜਾਣੀਏ ਕਿ ਉਹ ਚਾਨਣ ਹੈ, ਉਹ ਜੀਵਨ ਦਿੰਦਾ ਹੈ, ਔਰ ਸਾਡੀਆਂ ਹਨੇਰੇ ਦੀਆਂ ਅੱਖਾਂ ਨੂੰ ਖੋਲ ਕੇ ਸਾਨੂੰ ਆਪਣੀ ਰੌਸ਼ਨੀ ਦੇ ਵਿੱਚ ਲੈ ਕੇ ਆਉਂਦਾ ਹੈ, ਜਿਸ ਦੇ ਨਾਲ ਸਾਨੂੰ ਪ੍ਰਭੂ ਯਿਸੂ ਦਾ ਗਿਆਨ ਹੁੰਦਾ ਹੈ, ਪਤਾ ਲੱਗਦਾ ਹੈ। ਉਸ ਨੂੰ ਜਾਣ ਕੇ ਅਸੀਂ ਪ੍ਰਭੂ ਨੂੰ ਆਪਣਾ ਪਰਮੇਸ਼ਵਰ ਮੰਨ ਸਕਦੇ ਹਾਂ। ਜਦੋਂ ਤੁਸੀਂ ਉਹਨੂੰ ਆਪਣਾ ਪਰਮੇਸ਼ਵਰ ਮੰਨਦੇ ਹੋ, ਉਹ ਤੁਹਾਡੇ ਪਾਪ ਮਾਫ ਕਰਦਾ ਹੈ ਔਰ ਤੁਹਾਨੂੰ ਹਮੇਸ਼ਾ ਲਈ ਜ਼ਿੰਦਗੀ ਦਿੰਦਾ ਹੈ। ਥੈਂਕ ਯੂ, ਗॉड ब्लेस यू। ਆਓ ਪ੍ਰਾਰਥਨਾ ਕਰੀਏ। ਥੈਂਕ ਯੂ ਲਾਰਡ। ਪ੍ਰਭੂ